ਅਕਾਲ ਜੀ, ਮੈਂ ਹਾਂ ਤੁਹਾਨੂੰ ਤੁਸੀਂ ਦੇਖ ਰਹੇ ਹੋ ਦ ਵੈਰੀ ਫਸਟ ਸ਼ੋ। ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਸਾਹਮਣੇ। ਸੈਟਅਪ ਉਹੀ ਕੱਲ ਵਾਲਾ ਹੀ ਹੈਗਾ ਜਿੱਥੇ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਹੁਰੇ ਪਿੰਡ ਆਈ ਹੋਈ ਆ ਤੇ ਇੱਥੇ ਆ ਕੇ ਇੱਕ ਕੋਨਾ ਜਿਹੜਾ ਹੈ ਉਹ ਲੱਭਿਆ ਆ ਤੇ ਇਸ ਕੋਨੇ ਤੇ ਆ ਕੇ ਕੋਨੇ 'ਚ ਬਹਿ ਕੇ ਕੁਰਸੀ ਲਾ ਕੇ, ਇੱਥੇ ਵੀ ਕੁਰਸੀ ਵਾਲਾ ਸੈਟਅਪ ਵੀ ਨਹੀਂ ਹੈਗਾ, ਇਹ ਖਾਲੀ ਜਗ੍ਹਾ ਹੈਗੀ ਆ। ਬਸ ਉੱਥੇ ਆ ਕੇ ਬੈਠੀ ਹਾਂ ਤਾਂ ਕਿ ਤੁਹਾਡੇ ਨਾਲ ਗੱਲਾਂ ਜਿਹੜੀਆਂ ਨੇ ਉਹ ਕਰ ਸਕਾਂ ਤੇ ਖਬਰਾਂ ਜਿਹੜੀਆਂ ਨੇ ਅੱਜ ਦੀਆਂ ਬੜੀਆਂ ਜ਼ਰੂਰੀ ਖਬਰਾਂ ਹੈਗੀਆਂ ਨੇ, ਬਹੁਤ ਸਾਰੇ ਇਲਜ਼ਾਮਾਤ ਹੈਗੇ ਨੇ, ਬਹੁਤ ਸਾਰੀਆਂ ਅਜਿਹੀਆਂ ਖਬਰਾਂ ਹੈਗੀਆਂ ਨੇ ਜਿਹੜੀਆਂ ਕਿ ਤੁਹਾਡੇ ਵਾਸਤੇ ਜਾਣਨੀਆਂ ਜ਼ਰੂਰੀ ਨੇ ਕਿਉਂਕਿ ਪੰਜਾਬ ਨਾਲ ਤੁਸੀਂ ਸਰੋਕਾਰ ਰੱਖਦੇ ਹੋ, ਕਿਉਂਕਿ ਪੰਜਾਬ ਦੀਆਂ ਫਿਕਰਾਂ ਤੁਸੀਂ ਕਰਦੇ ਹੈਗੇ ਹੋ। ਸੋ ਬਹੁਤ ਕੁਛ ਹੈ ਅੱਜ ਦੱਸਣ ਵਾਲਾ। ਹੁਣ ਮੈਂ ਪਹਿਲਾਂ ਹੀ ਦੱਸ ਦੇਵਾਂ, ਮਾਫੀ ਪਹਿਲਾਂ ਹੀ ਮੰਗਾਂਗੀ ਕਿ ਪਿੱਛੋਂ ਸੀਟੀਆਂ ਵੀ ਆ ਸਕਦੀਆਂ, ਕੁੱਕਰ ਦੀਆਂ, ਬੱਚਿਆਂ ਦੀਆਂ ਆਵਾਜ਼ਾਂ ਵੀ ਆ ਸਕਦੀਆਂ ਹੈਗੀਆਂ ਕਿਉਂਕਿ ਵਕੇਸ਼ਨ ਮੋਡ ਜਿਹੜਾ ਹੈ ਉਹ ਔਨ ਹੈਗਾ। ਪਰ ਅਜਿਹੇ ਵਿੱਚ ਇਹ ਜਿਹੜਾ ਵਕਤ ਹੈ ਸਿਰਫ ਤੇ ਸਿਰਫ ਤੁਹਾਡਾ ਵਕਤ ਹੈਗਾ। ਥੋੜਾ ਜਿਹਾ ਐਂਬੀਐਂਸ ਦੇ ਵਿੱਚ ਦਿੱਕਤ ਆ ਸਕਦੀ ਹੈ ਤੁਹਾਨੂੰ, ਪਰ ਇਹ ਗੱਲ ਪੱਕੀ ਹੈਗੀ ਹੈ ਕਿ ਖਬਰਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਵੇਗੀ। ਹੁਣ ਠੰਡ ਜਿਹੜੀ ਹੈ, ਜਿਸ ਜਿਸ ਤਰ੍ਹਾਂ ਅਸੀਂ ਪੰਜਾਬ ਦੇ ਇਨਸਕਰਟਸ ਜਾਂਦੇ ਰਹਿੰਦੇ ਹਾਂ, ਠੰਡ ਕਿਤੇ ਜ਼ਿਆਦਾ ਹੋ ਜਾਂਦੀ ਹੈ। ਹਾਲਾਂਕਿ ਕੈਨੇਡਾ, ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਬਰਫੀਲੇ ਤੂਫਾਨ ਆ ਰਹੇ ਨੇ, ਅਸੀਂ ਸਮਝ ਸਕਦੇ ਹਾਂ ਕਿ ਹਾਲਾਤ ਉੱਧਰ ਵੀ ਕਿੱਦਾਂ ਦੇ ਨੇ ਕਿਉਂਕਿ ਜਾਨਾਂ ਜਾ ਰਹੀਆਂ ਨੇ, ਮੌਤਾਂ ਹੋ ਰਹੀਆਂ ਨੇ ਤੇ ਦਿਲ ਨੂੰ ਇਹ ਚੀਜ਼ਾਂ ਮਤਲਬ ਅਸੀਂ ਜਾਨ ਤੇ ਕਿਸੇ ਦੀ ਨਹੀਂ ਜਾਣੀ ਚਾਹੀਦੀ ਹੈਗੀ, ਪਰ ਲਫ਼ਜ਼ਾਂ ਦੇ ਵਿੱਚ ਬਿਆਨ ਕਰਨਾ ਨਾ ਔਖਾ ਹੋ ਜਾਂਦਾ ਹੈ। ਜਿਹੜੀ ਜ਼ੁਬਾਨ ਹੈਗੀ ਆ ਨਾ, ਉਹ ਕਿਤੇ ਨਾ ਕਿਤੇ ਕੰਮ ਕਰਨਾ ਬੰਦ ਕਰ ਦਿੰਦੀ ਹੈ। ਉਸ ਦਾ ਕਾਰਨ ਇਹ ਆ ਕਿ ਸਮਝ ਨਹੀਂ ਆਉਂਦੀ ਵੀ ਕਿੰਨਾ ਲਫ਼ਜ਼ਾਂ ਦੇ ਵਿੱਚ, ਜਦੋਂ ਕੁਦਰਤ ਆਪਣਾ ਵਾਰ ਕਰਦੀ ਹੈ, ਕਿੰਨਾ ਲਫ਼ਜ਼ਾਂ ਦੇ ਵਿੱਚ ਉਸ ਦਾ ਅਫਸੋਸ ਵੀ ਕਰੀਏ ਕਿਉਂਕਿ ਬਿਲਕੁਲ ਜਿਹੜੇ ਆਮ ਲੋਕ ਹੁੰਦੇ ਨੇ, ਬੇਗੁਨਾਹ ਲੋਕ ਹੁੰਦੇ ਨੇ, ਉਹ ਮਾਰੇ ਜਾਂਦੇ ਨੇ, ਪਤਾ ਨਹੀਂ ਲੱਗਦਾ ਕਿ ਕਦੋਂ ਕੀ ਹੋ ਜਾਂਦਾ। ਤੇ ਫਿਰ ਅੰਤ ਤੇ ਅਸੀਂ ਇਹੀ ਕਹਿੰਦੇ ਹੁੰਦੇ ਹਾਂ ਕਿ ਵੀ ਰੱਬ ਦਾ ਭਾਣਾ ਜਿਹੜਾ ਆ ਉਹ ਮੰਨ ਲੈਣਾ ਚਾਹੀਦਾ ਹੈਗਾ। ਪਰ ਔਖਾ ਆ, ਬਹੁਤ ਔਖਾ ਹੈ। ਇਹਤਿਆਤਾਂ ਵਰਤਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ, ਭਾਵੇਂ ਉਹ ਕੁਦਰਤੀ ਕਰੋਪੀਆਂ ਹੋਣ, ਭਾਵੇਂ ਉਹ ਕਰੋਨਾ ਹੋਵੇ, ਭਾਵੇਂ ਉਹ ਜਿਸ ਤਰ੍ਹਾਂ ਦੀ ਮਰਜ਼ੀ ਆਫਤ ਹੋਵੇ। ਇਹਤਿਆਤ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਉਂਕਿ ਜੇ ਇਹਤਿਆਤ ਨਹੀਂ ਵਰਤਾਂਗੇ ਤਾਂ ਫਿਰ ਗੱਲ ਔਖੀ ਹੋ ਜਾਏਗੀ। ਹਾਲਾਂਕਿ ਅਸੀਂ ਸਮਝਦੇ ਹਾਂ ਕਿ ਦਫ਼ਤਰਾਂ ਵਾਲੇ ਨਹੀਂ ਸਮਝਦੇ ਹੈਗੇ, ਦਫ਼ਤਰਾਂ ਵਾਲੇ ਕਿੱਥੇ ਸਮਝਦੇ ਨੇ ਕਿ ਵੀ ਮੌਸਮ ਸਹੀ ਨਹੀਂ ਆ। ਖਾਸ ਕਰਕੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਭਾਰਤ ਦੀ ਗੱਲ ਓਵਰਆਲ ਕਰਦੇ ਹਾਂ, ਤੇ ਬਹੁਤ ਘੱਟ ਇੱਦਾਂ ਹੁੰਦਾ ਕਿ ਜਦੋਂ ਦਫ਼ਤਰਾਂ ਵਾਲੇ ਇਹ ਸਮਝਦੇ ਹੋਣ ਕਿ ਜੀ ਤਬੀਅਤ ਠੀਕ ਨਹੀਂ ਹੈ, ਕੋਈ ਗੱਲ ਨਹੀਂ, ਤੁਸੀਂ ਨਾ ਆਓ, ਤੁਸੀਂ ਰੈਸਟ ਕਰੋ। ਹਾਂ, ਕੋਵਿਡ ਟਾਈਮ 'ਤੇ ਅਜਿਹਾ ਹੋਇਆ ਸੀ ਕਿ ਕਿਉਂਕਿ ਉਸ ਬੰਦੇ ਤੋਂ ਡਰ ਲੱਗਣਾ ਸ਼ੁਰੂ ਹੋ ਗਿਆ ਸੀ, ਜਿਸ ਦੀ ਤਬੀਅਤ ਖਰਾਬ ਹੁੰਦੀ ਸੀ, ਤਾਂ ਕਹਿੰਦੇ ਸੀ ਕਿ ਰੈਸਟ ਕਰੋ। ਲੇਕਿਨ ਰੈਸਟ ਤਾਂ ਵੈਸੇ ਕਰੋਨਾ 'ਚ ਮੈਂ ਇੱਕ ਦਿਨ ਵੀ ਨਹੀਂ ਕੀਤਾ। ਜਾਂ ਮੌਸਮ ਠੀਕ ਨਹੀਂ ਹੈ, ਬਹੁਤ ਬਰਸਾਤ ਹੋ ਰਹੀ ਹੈ, ਤੂਫਾਨ ਆ ਰਿਹਾ, ਤੁਸੀਂ ਨਾ ਆਓ। ਇਹ ਦਫ਼ਤਰਾਂ 'ਚ ਕਦੀ ਇਹੋ ਜਿਹੀਆਂ ਆਵਾਜ਼ਾਂ ਨਿਕਲ ਕੇ ਨਹੀਂ ਆਉਂਦੀਆਂ ਹੈਗੀਆਂ, ਪਰ ਖੁਦ ਆਪਣਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਪੈਸੇ ਕਮਾਉਣੇ ਜ਼ਰੂਰੀ ਨੇ, ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਆ ਜ਼ਿੰਦਗੀ, ਕਿਉਂਕਿ ਇਹ ਸਿਰਫ ਸਾਡੇ ਇਕੱਲਿਆਂ ਦੀ ਨਹੀਂ ਹੈਗੀ, ਸਾਡੇ ਪਰਿਵਾਰ ਦੀ ਪੂਰੀ ਪੂਰੀ ਮਨ ਹੈਗੀ ਹੈ ਇਸ ਦੇ ਉੱਤੇ। ਤੇ ਇਹ ਚੀਜ਼ ਜਿਹੜੀ ਆ ਵਧੀਆ ਵੀ ਹੈ ਵੀ ਜਿਨ੍ਹਾਂ ਦੇ ਪਰਿਵਾਰ ਹੈਗੇ ਨੇ, ਜਿਨ੍ਹਾਂ ਦੀਆਂ ਫਿਕਰਾਂ ਕਰਨ ਵਾਲੇ ਲੋਕ ਹੈਗੇ ਨੇ, ਉਹਨਾਂ ਨੂੰ ਸ਼ੁਕਰੀਆ ਕਰਨਾ ਚਾਹੀਦਾ ਹੈਗਾ ਰੱਬ ਦਾ। ਬਾਕੀ ਅੱਜ ਦੀਆਂ ਖਬਰਾਂ ਦੇ ਉੱਤੇ ਅਸੀਂ ਆਵਾਂਗੇ, ਫਟਾਫਟ ਆਵਾਂਗੇ ਕਿ ਅੱਜ ਦੀਆਂ ਖਬਰਾਂ ਜਿਹੜੀਆਂ ਉਹ ਕੀ ਕਹਿੰਦੀਆਂ ਨੇ, ਕਿਉਂਕਿ ਅੱਜ ਦੀਆਂ ਖਬਰਾਂ ਖਾਸ ਵੀ ਨੇ। ਅੱਜ ਦੀਆਂ ਖਬਰਾਂ ਦੇ ਵਿੱਚ ਬਹੁਤ ਕੁਝ ਅਜਿਹਾ ਹੈਗਾ ਜਿਸ 'ਤੇ ਕਿ ਗੱਲ ਕਰਨੀ ਸਾਡੇ ਵਾਸਤੇ ਜ਼ਰੂਰੀ ਵੀ ਹੈ। ਸੋ ਅੱਜ ਦੀਆਂ ਖਬਰਾਂ, ਇੱਕ ਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਇੱਕ ਵਾਰੀ ਫਿਰ ਤੋਂ ਵਿਜੀਲੈਂਸ ਦੀ ਰਡਾਰ ਤੇ ਆ ਸਕਦੇ ਨੇ। ਸੂਤਰਾਂ ਦੇ ਹਵਾਲੇ ਨਾਲ ਖਬਰ ਆਈ ਹੈ ਕਿ ਆਪਣੇ ਮੁੰਡੇ ਦੇ ਵਿਆਹ ਦੇ ਸਮਾਗਮ ਦੇ ਵਿੱਚ ਜਿਹੜਾ ਇਹਨਾਂ ਨੇ ਪੈਸਾ ਖਰਚਿਆ, ਉਹ ਪੈਸਾ ਜਿਹੜਾ ਹੈ ਉਹ ਸਰਕਾਰ ਦਾ ਪੈਸਾ ਸੀ, ਕਿਤੋਂ ਹੋਰ ਦਾ ਪੈਸਾ ਸੀ। ਕਿੱਥੋਂ ਦਾ ਪੈਸਾ ਸੀ, ਕਿਹੜੇ ਸਮਾਗਮ ਲਈ ਉਹ ਪੈਸਾ ਸੀ, ਤੇ ਉਹ ਪੈਸਾ ਜਿਹੜਾ ਹੈ ਆਪਣੇ ਪਰਸਨਲ ਫੰਕਸ਼ਨ 'ਚ ਕਿਉਂ ਵਰਤਿਆ, ਇਸ ਸਭ ਤੇ ਜਿਹੜੀ ਗੱਲ ਹੈ ਉਹ ਕਰਾਂਗੇ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਜਿਹੜੀ ਆ ਅੱਜ ਨਹੀਂ ਕਰਾਂਗੇ, ਪੁਸ਼ਟੀ ਕੱਲ ਨੂੰ ਕਰਾਂਗੇ, ਪਰ ਅੱਜ ਜਿਹੜੀ ਇਹ ਗੱਲ ਹੈ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ, ਇਸ ਗੱਲ ਨੂੰ ਨਜ਼ਰਅੰਦਾਜ਼ ਬਿਲਕੁਲ ਨਹੀਂ ਕੀਤਾ ਜਾ ਸਕਦਾ ਹੈਗਾ। ਹੁਣ ਦੂਜੀ ਗੱਲ ਜਿਹੜੀ ਸਾਹਮਣੇ ਆਈ ਹੈ, ਕਾਂਗਰਸੀ ਆਗੂ ਇੱਕ ਉਸਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਆ। ਇੱਕ ਬੰਦ ਕਮਰੇ ਦੀ ਵੀਡੀਓ ਵਾਇਰਲ ਹੋਈ ਹੈ ਜਿਸ 'ਚ ਇੱਕ ਜਨਾਨੀ ਵੀ ਨਜ਼ਰ ਆਉਂਦੀ ਹੈ ਤੇ ਬਾਅਦ 'ਚੋਂ ਜਨਾਨੀ ਜਿਹੜੀ ਹੈ ਉਸਦੀ ਇੱਕ ਹੋਰ ਵੀਡੀਓ ਆਉਂਦੀ ਹੈਗੀ ਆ ਜਿਸ ਤੇ ਉਹ ਕਹਿੰਦੀ ਆ ਕਿ ਕਿਸ ਤਰ੍ਹਾਂ ਨਾਲ ਇਸ ਕਾਂਗਰਸੀ ਆਗੂ ਨੇ ਉਸ ਨਾਲ ਗਲਤ ਕੀਤਾ ਤੇ ਉਸ ਕਾਂਗਰਸੀ ਆਗੂ ਤੇ FIR ਵੀ ਦਰਜ ਹੋ ਗਈ ਆ। ਇਹ ਹੁਣ ਤੱਕ ਦੀ ਅਪਡੇਟ ਹੈਗੀ ਆ। ਤੇ ਕੀ ਕੀ ਕੁਛ ਮਹਿਲਾ ਕਹਿ ਰਹੀ ਹੈ, ਕਿਸ ਤਰ੍ਹਾਂ ਦੇ ਇਲਜ਼ਾਮ ਹੈਗੇ ਨੇ, ਖਬਰ ਦੇ ਵਿੱਚ ਕੀ ਕੁਝ ਹੈ, ਇਹ ਅਸੀਂ ਜਾਣਾਂਗੇ ਪ੍ਰੋਗਰਾਮ ਦੇ ਵਿੱਚ। ਤੇ ਕੌਣ ਹੈ ਆਗੂ, ਇਸ ਬਾਰੇ ਵੀ ਗੱਲਬਾਤ ਜਿਹੜੀ ਹੈ ਜ਼ਰੂਰ ਹੋਏਗੀ।
ਹੁਣ ਤੁਹਾਨੂੰ ਪਤਾ ਹੀ ਹੈ ਕਿ ਰਿਪੋर्ट कार्ड ਆਇਆ ਸੀਗਾ, ਪੰਜਾਬ ਪੁਲਿਸ ਨੇ ਰਿਪੋर्ट कार्ड ਆਪਣਾ ਖੁਦ ਜਾਰੀ ਕੀਤਾ ਸੀ, ਦੱਸਿਆ ਸੀ ਕਿ ਕਿੰਨੇ ਡਰੋਨ ਫੜੇ ਗਏ, ਜਿਹੜੀਆਂ ਸਰਹੱਦ ਤੇ ਐਕਟੀਵਿਟੀਜ਼ ਹੋਈਆਂ ਉਸ ਦੇ ਵਿੱਚ ਕੀ ਕਾਮਯਾਬੀ ਮਿਲੀ। ਪੰਜਾਬ ਸਰਕਾਰ ਇਸ ਨੂੰ ਲੈ ਕੇ ਟ੍ਰੋਲ ਹੋ ਰਹੀ ਹੈ। ਹੁਣ ਲੋਕਾਂ ਨੂੰ ਇਹ ਗੱਲਾਂ ਪਸੰਦ ਕਿਉਂ ਨਹੀਂ ਆਈਆਂ, ਇਹ ਰਿਪੋर्ट कार्ड ਪਸੰਦ ਕਿਉਂ ਨਹੀਂ ਆਇਆ, ਇਹ ਅਸੀਂ ਗੱਲ ਇਸ ਤੇ ਵੀ ਕਰਾਂਗੇ। ਉਸ ਤੋਂ ਬਾਅਦ ਗੱਲ ਹੈਗੀ ਆ ਕਿ ਨਾਬਾਲਗ ਕੁੜੀ ਨਾਲ ਹੋਟਲ ਦੇ ਵਿੱਚ ਗੰਦਾ ਕਾਰਾ ਕੀਤਾ ਗਿਆ ਹੈ, ਉਸ ਨੂੰ ਬਹਿਲਾਇਆ ਫੁਸਲਾਇਆ ਗਿਆ ਹੈ, ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦਿੱਤਾ ਗਿਆ ਹੈ ਤੇ ਵਿਆਹ ਦਾ ਝਾਂਸਾ ਦੇਣ ਤੋਂ ਬਾਅਦ ਉਸ ਨਾਲ ਗੰਦਾ ਕਾਰਾ ਕੀਤਾ ਗਿਆ ਹੈ। ਇਹ ਕਿੱਥੋਂ ਦੀ ਖਬਰ ਹੈ, ਇਹ ਨਾਬਾਲਗ ਕੁੜੀ ਕੌਣ ਹੈ, ਕਿਉਂਕਿ ਅਸੀਂ ਜ਼ਿਆਦਾ ਉਹਦੀ ਪਛਾਣ ਨਹੀਂ ਦੱਸ ਸਕਦੇ ਹੈਗੇ ਨਾਬਾਲਗ ਕੁੜੀ ਦੀ, ਦਿਸ ਇਜ਼ ਅਗੇਂਸਟ ਐਥਿਕਸ, ਪਰ ਇਹ ਕਰਨ ਵਾਲਾ ਸ਼ਖਸ ਕੌਣ ਆ ਤੇ ਹੁਣ ਇਹ ਦਰਿੰਦਾ ਕਿੱਥੇ ਆ, ਇਸ ਬਾਰੇ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ। ਉਸ ਤੋਂ ਬਾਅਦ ਜਿਹੜੀ ਗੱਲ ਹੋਏਗੀ ਉਹ ਤੁਹਾਨੂੰ ਪਤਾ ਹੀ ਹੈ ਕਿ ਮਸ਼ਹੂਰ ਕ੍ਰਿਕਟਰ ਰਿਸ਼ਭ ਪੰਤ ਨੀਂਦ ਦੀ ਝਪਕੀ ਆਉਂਦੀ ਹੈ ਤੇ ਨੀਂਦ ਦੀ ਝਪਕੀ ਆਉਣ ਦੇ ਬਾਅਦ ਹਾਦਸਾ ਹੋ ਜਾਂਦਾ ਹੈ, ਹਾਦਸੇ ਦੇ ਵਿੱਚ ਲਹੂ ਲੁਹਾਨ ਹੋ ਜਾਂਦੇ ਨੇ, ਸਿਚੁਏਸ਼ਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ। ਆਪਣੀ ਮਾਂ ਨੂੰ ਸਰਪ੍ਰਾਈਜ਼ ਦੇਣ ਦੇ ਲਈ ਜਾ ਰਹੇ ਹੁੰਦੇ ਨੇ, ਪਰ ਇਹ ਸਾਰਾ ਕੁਝ ਉਹਨਾਂ ਨਾਲ ਹੋ ਜਾਂਦਾ ਹੈ। ਹਾਲਾਂਕਿ ਪੂਰਾ ਦੇਸ਼ ਜਿਹੜਾ ਹੈ ਉਹ ਦੁਆਵਾਂ ਕਰ ਰਿਹਾ, ਪਰ ਇਸ ਇੱਕ ਮਾਮਲੇ ਦੇ ਵਿੱਚ ਇੱਕ ਵਾਰੀ ਫੇਰ ਤੋਂ ਇਨਸਾਨੀਅਤ ਜਿਹੜੀ ਹੈ ਉਹ ਸ਼ਰਮਸਾਰ ਹੋਈ ਆ। ਇੱਕ ਵਾਰੀ ਫੇਰ ਤੋਂ ਇਨਸਾਨੀਅਤ ਸ਼ਰਮਸਾਰ ਹੋਈ ਆ, ਤੇ ਉਹ ਕਿਸ ਤਰ੍ਹਾਂ ਸ਼ਰਮਸਾਰ ਹੋਈ ਆ, ਕਿਵੇਂ ਸ਼ਰਮਸਾਰ ਹੋਈ ਆ, ਇਸ ਦੇ ਵਿੱਚ ਇਨਸਾਨੀਅਤ ਦੀ ਗੱਲ ਕਿੱਥੋਂ ਆ ਗਈ, ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਅਸੀਂ ਤੁਹਾਨੂੰ ਅੱਜ ਦੱਸਾਂਗੇ। ਕਿਉਂਕਿ ਕੁਝ ਖਬਰਾਂ ਹੁੰਦੀਆਂ ਨੇ, ਅਸੀਂ ਵਨ ਲਾਈਨਰ ਖਬਰਾਂ ਤੁਹਾਨੂੰ ਦੱਸ ਦਿੰਦੇ ਹੈਗੇ ਆ ਇਸ ਪਹਿਲੇ ਸੈਗਮੈਂਟ ਦੇ ਵਿੱਚ, ਜੇ ਕਹਿ ਲਓ ਸੈਗਮੈਂਟ ਕਹਿ ਲਓ, ਜਾਂ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਜਦੋਂ ਜੇ ਖਬਰਾਂ ਦਾ ਵੇਰਵਾ ਨਹੀਂ ਦੇ ਰਹੀ, ਵਨ ਲਾਈਨਰ ਦੱਸ ਦਿੰਦੇ ਆ, ਪਰ ਖਬਰ ਦੇ ਪਿੱਛੇ ਦੀ ਖਬਰ ਛੱਡਣ ਦੇ ਮੂਡ 'ਚ ਮੈਂ ਕਦੀ ਵੀ ਨਹੀਂ ਹੁੰਦੀ ਹੈਗੀ। ਸੋ ਤੁਹਾਨੂੰ ਇਹ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਅੱਜ ਦੇਣੀਆਂ ਨੇ, ਤੇ ਪੂਰੀਆਂ ਦੀਆਂ ਪੂਰੀਆਂ ਖਬਰਾਂ ਵੇਰਵੇ ਸਹਿਤ ਗੱਲ ਕਰਾਂਗੇ, ਸਿਰਫ ਗੱਲ ਨਹੀਂ ਕਰਾਂਗੇ, ਇਸ ਤੇ ਡਿਸਕਸ਼ਨ ਕਰਾਂਗੇ। ਹੁਣ ਕੈਮਰੇ ਨਾਲ ਡਿਸਕਸ਼ਨ ਨਹੀਂ ਹੋ ਸਕਦੀ, ਪਰ ਤੁਹਾਡੇ ਕਮੈਂਟਸ ਰਾਹੀਂ ਡਿਸਕਸ਼ਨ ਜਿਹੜੀ ਹੈ ਜ਼ਰੂਰ ਹੋ ਸਕਦੀ ਹੈਗੀ, ਕਿਉਂਕਿ ਮੈਂ ਜਦੋਂ ਇੱਥੇ ਬੈਠੀ ਹੋਈ ਹਾਂ ਮੈਂ ਹੀ ਮਹਿਸੂਸ ਕਰਦੀ ਹਾਂ ਕਿ ਤੁਸੀਂ ਅੱਗੇ ਬੈਠੇ ਹੋਏ ਹੋ, ਮੇਰੇ ਮੂਹਰੇ ਬੈਠੇ ਹੋਏ ਹੋ, ਤੇ ਮੈਂ ਇਹ ਗੱਲਾਂ ਕਰ ਰਹੀ ਹੈਗੀ ਹਾਂ। ਸੋ ਇਸੇ ਤਰ੍ਹਾਂ ਰਾਬਤਾ ਜਿਹੜਾ ਹੈ ਉਹ ਕਾਇਮ ਹੁੰਦਾ, ਤੇ ਸਾਰੇ ਕਮੈਂਟਸ ਦੇ ਵਿੱਚ ਸਾਰੇ TVN ਦੀ ਟੀਮ ਨੂੰ, ਮੈਨੂੰ, ਬੈਨੀਪਾਲ ਸਾਹਿਬ ਨੂੰ ਸਵੇਰੇ ਸਾਰੇ ਸਤਿ ਸ਼੍ਰੀ ਅਕਾਲ ਕਰਦੇ ਨੇ। ਸੋ ਉਹ ਸਤਿ ਸ਼੍ਰੀ ਅਕਾਲ ਦਾ ਜਵਾਬ ਮੇਰੇ ਤੋਂ ਹੁਣ ਲੈ ਲਿਆ ਕਰੋ। ਸਤਿ ਸ਼੍ਰੀ ਅਕਾਲ, ਜਿਹੜੀਆਂ ਤੁਸੀਂ ਦੁਆਵਾਂ ਦਿੰਦੇ ਹੋ, ਜਿਹੜੀਆਂ ਤੁਸੀਂ ਇੰਨਾ ਪਿਆਰ ਦਿੰਦੇ ਹੋ, ਇਹ ਬਹੁਤ ਬਹੁਤ ਤਹਿ ਦਿਲ ਤੋਂ ਇਸ ਦੇ ਲਈ ਸ਼ੁਕਰੀਆ ਆ। ਬਾਕੀ ਹੁਣ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ। ਸ਼ੁਰੂ ਕਰਦੇ ਹਾਂ ਪਹਿਲੀ ਖਬਰ ਦਾ, ਤੇ ਪਹਿਲੀ ਖਬਰ ਤਾਲੁਕ ਰੱਖਦੀ ਹੈ ਸਾਬਕਾ CM ਚਰਨਜੀਤ ਸਿੰਘ ਚੰਨੀ ਨਾਲ। ਸੋ ਗੱਲ ਇਸ ਤਰ੍ਹਾਂ ਆ ਕਿ ਇੱਕ ਵਾਰੀ ਫੇਰ ਤੋਂ ਅਸੀਂ ਪਹਿਲਾਂ ਗੱਲ ਕੀਤੀ ਸੀਗੀ ਕਿ ਖੇਡ ਕਿੱਟ ਮਾਮਲੇ 'ਚ ਘਟਾਲੇ 'ਚ ਉਹਨਾਂ ਦਾ ਨਾਂ ਸਾਹਮਣੇ ਆ ਰਿਹਾ ਹੈ, ਤੇ CM ਭਗਵੰਤ ਮਾਨ ਨੇ ਹਰੀ ਝੰਡੀ ਦੇ ਦਿੱਤੀ ਹੈ ਵਿਜੀਲੈਂਸ ਨੂੰ ਕਿ ਹੁਣ ਜਾਂਚ ਜਿਹੜੀ ਹੈ ਕੀਤੀ ਜਾਵੇ। ਤੇ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਗੱਲ ਸਾਹਮਣੇ ਆਈ ਹੈ ਦਾਸਤਾਨੇ ਸ਼ਹਾਦਤ ਪ੍ਰੋਗਰਾਮ ਸੀ ਜਿਹੜਾ, ਉਸ ਦੇ ਵਿੱਚੋਂ ਰਾਸ਼ੀ ਲਈ ਹੈ, ਹੇਰ ਫੇਰ ਕੀਤਾ ਹੈ CM ਚੰਨੀ ਨੇ। ਇਹ ਸੂਤਰਾਂ ਦੇ ਹਵਾਲੇ ਨਾਲ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ, ਤੇ ਇਹ ਜਿਹੜਾ ਹੇਰ ਫੇਰ ਕੀਤਾ ਹੈ, ਇਹ ਹੇਰ ਫੇਰ ਦੇ ਪੈਸਾ ਉਹਨਾਂ ਨੇ ਕਿੱਥੇ ਲਾਇਆ, ਇਹ ਵੀ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ ਕਿ ਆਪਣੇ ਮੁੰਡੇ ਦੇ ਵਿਆਹ ਦੇ ਵਿੱਚ ਇਹ ਪੈਸਾ ਜਿਹੜਾ ਹੈ ਸਾਬਕਾ CM ਚੰਨੀ ਵੱਲੋਂ ਲਗਾਇਆ ਗਿਆ। ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਸ ਚੀਜ਼ ਦੀ ਪੁਸ਼ਟੀ ਜਿਹੜੀ ਹੈ ਅਸੀਂ ਨਹੀਂ ਕਰਦੇ, ਪਰ ਹੁਣ ਜਾਂਚ ਜਿਹੜੀ ਹੈ ਹੋ ਸਕਦੀ ਹੈ, ਇਸ ਮਾਮਲੇ ਦੇ ਵਿੱਚ ਵੀ ਜਾਂਚ ਜਿਹੜੀ ਹੈ ਹੋ ਸਕਦੀ ਹੈਗੀ ਆ। ਸੋ ਹੁਣ ਇਹ ਇੱਕ ਵੱਡਾ ਮਾਮਲਾ ਨਿਕਲ ਕੇ ਸਾਹਮਣੇ ਆਏਗਾ। ਜੇ ਇਸ ਮਾਮਲੇ ਦੇ ਵਿੱਚ ਸੱਚ ਹੈ ਤਾਂ ਇਸ ਤੋਂ ਵੱਡਾ ਹੋਰ ਕੀ ਹੋਏਗਾ ਕਿ ਆਪਣੇ ਬੱਚੇ ਦੇ, ਆਪਣੇ ਮੁੰਡੇ ਦੇ ਵਿਆਹ ਦੇ ਸਮਾਗਮ ਦੇ ਵਿੱਚ ਜਦੋਂ ਦਾਸਤਾਨੇ ਸ਼ਹਾਦਤ ਦਾ ਪੈਸਾ ਜਿਹੜਾ ਉਹ ਲਾਤਾ ਹੋਵੇ, ਤਾਂ ਫਿਰ ਇਸ ਤੋਂ ਜ਼ਿਆਦਾ ਸ਼ਰਮਨਾਕ ਹੋਰ ਕੁਝ ਨਹੀਂ ਹੋ ਸਕਦਾ। ਹਾਲਾਂਕਿ ਇਹ ਅਜੇ ਜਾਂਚ ਅਧੀਨ ਹੈ, ਅੰਡਰ ਕੰਸੀਡਰੇਸ਼ਨ ਹੈ, ਜੋ ਕੁਝ ਹੋਏਗਾ ਤੁਹਾਨੂੰ ਇਸ ਬਾਬਤ ਜਾਣਕਾਰੀ ਦੇ ਦੇਵਾਂਗੇ। ਸੋ ਹੁਣ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਜਿਹੜੇ ਆ ਉਹ ਲੱਗ ਰਹੇ ਹੈਗੇ ਆ। ਸੋ ਜਦੋਂ ਇਹ ਗੰਭੀਰ ਦੋਸ਼ ਲੱਗ ਰਹੇ ਨੇ, ਤੇ ਗੰਭੀਰ ਦੋਸ਼ਾਂ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਮੁਸ਼ਕਲਾਂ ਵੱਧ ਗਈਆਂ ਨੇ ਜਦੋਂ ਤੋਂ ਵਿਦੇਸ਼ ਤੋਂ ਵਾਪਸ ਆਏ ਨੇ ਸਾਬਕਾ CM, ਤੇ ਵਿਦੇਸ਼ ਤੋਂ ਵਾਪਸ ਆਉਂਦਿਆਂ ਹੀ ਇਹ ਸਭ ਸ਼ੁਰੂ ਹੋ ਗਿਆ। ਹਾਲਾਂਕਿ ਭਾਰਤ ਜੋੜੋ ਯਾਤਰਾ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਜਿਹੜੀ ਹੈ, ਜਿਹੜੇ ਇੱਕ ਅੱਧਾ ਦਿਨ ਰਹੇ ਹੈਗੇ ਆ, ਉਹ ਸਭ ਨੇ ਹਾਈਲਾਈਟ ਕੀਤੀ ਹੈ, ਮੀਡੀਆ ਨੇ ਦਿਖਾਈ ਵੀ ਹੈਗੀ ਆ ਕਿ ਅਸੀਂ ਇਹ ਵੀ ਚੰਨੀ ਦਾ ਕਮਬੈਕ ਵੀ ਦਿਖਾਇਆ, ਚੰਨੀ 2.0 ਵੀ ਦਿਖਾਇਆ, ਸਾਰਾ ਕੁਝ ਦਿਖਾਇਆ, ਪਰ ਇਹ ਮਸਲੇ ਜਿਹੜੇ ਨੇ ਇਹ ਸੌਖੇ ਨਹੀਂ ਹੈਗੇ। ਉਹ ਬਾਅਦ 'ਚ ਫਿਰ ਉਹਨਾਂ ਦੀ ਨੂੰਹ ਰਾਣੀ ਵੀ ਨਜ਼ਰ ਆਉਂਦੀ ਹੈਗੀ ਆ, ਪਰਿਵਾਰ ਨਜ਼ਰ ਆਉਂਦਾ ਹੈਗਾ। ਵਧੀਆ ਜੇ ਤੁਸੀਂ ਸੂਬੇ ਵਾਸਤੇ ਕੰਮ ਕਰ ਰਹੇ ਹੈਗੇ ਹੋ,
ਤਾਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਤੁਸੀਂ ਜੇ ਵਿਰੋਧੀ ਧਿਰ ਦੀ ਭੂਮਿਕਾ ਵੀ ਚੰਗੀ ਨਿਭਾਓ ਤੇ ਹੋਰ ਕੀ ਹੋ ਸਕਦਾ ਹੈਗਾ। ਪਰ ਇਸ ਵਿੱਚ ਜਦੋਂ ਇਹ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਰਹੇ ਨੇ, ਇਸ ਬਾਬਤ ਕਿਸੇ ਵੀ ਤਰ੍ਹਾਂ ਦੇ ਨਾਲ ਇਸ ਚੀਜ਼ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਸੋ ਕੁਝ ਡੇਟਾਜ਼ ਹੈਗੇ ਨੇ, ਕੁਝ ਅੰਕੜੇ ਹੈਗੇ ਨੇ ਜਿਹੜੇ ਤੁਹਾਨੂੰ ਦਿਖਾ ਦਿੰਦੇ ਹੈਗੇ ਆ। ਸੋ ਸੂਤਰਾਂ ਤੋਂ ਜਾਣਕਾਰੀ ਮਿਲਦੀ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਆਪਣੇ ਬੇਟੇ ਦੇ ਵਿਆਹ ਦੀ ਦਾਸਤਾਨ ਸ਼ਹਾਦਤ ਉਦਘਾਟਨੀ ਸਮਾਰੋਹ ਵਿੱਚ ਵੱਡਾ ਹੇਰ ਫੇਰ ਕੀਤਾ ਗਿਆ ਹੈ। ਇਹ ਸੂਤਰ ਦੱਸਦੇ ਨੇ ਉਹਨਾਂ ਦਾ ਦੋਸ਼ ਹੈ ਕਿ ਉਹਨਾਂ ਨੇ ਆਪਣੇ ਮੁੰਡੇ ਦੇ ਵਿਆਹ ਸਮਾਗਮ ਦਾ ਖਰਚਾ ਉਸ ਵਿੱਚੋਂ ਐਡਜਸਟ ਕੀਤਾ। ਸੋ ਇਹ ਜਿਹੜਾ ਐਡਜਸਟਮੈਂਟ ਵਰਡ ਹੈਗਾ ਬੜਾ ਖਤਰਨਾਕ ਵਰਡ ਹੈਗਾ। ਇਹ ਭ੍ਰਿਸ਼ਟਾਚਾਰ ਨਾਲ ਤਾਲੁਕ ਰੱਖਦਾ ਹੋਇਆ ਵਰਡ ਹੈਗਾ ਜੇ ਅਸੀਂ ਇੱਥੇ ਗੱਲ ਕਰੀਏ ਤੇ। ਫਿਰ ਜਿਹੜਾ ਤੁਹਾਨੂੰ ਅਮਾਊਂਟ ਵੀ ਦੱਸਦਾ ਹੈ ਕਿ ਉਦਘਾਟਨੀ ਸਮਾਰੋਹ ਤੇ 1,47,00,000 ਦਾ ਖਰਚਾ ਰਿਕਾਰਡ ਵਿੱਚ ਦਿਖਾਇਆ ਗਿਆ, ਜਿਸ ਵਿੱਚ ਉਹਨਾਂ ਦੇ ਬੇਟੇ ਦੇ ਵਿਆਹ ਸਮਾਗਮ ਦਾ ਖਰਚਾ ਵੀ ਕੱਢਿਆ ਗਿਆ ਸੀ। ਅਜਿਹੀ ਇਨਫੋਰਮੇਸ਼ਨ ਸਾਹਮਣੇ ਆ ਰਹੀ ਹੈ। ਸੋ ਵਿਜੀਲੈਂਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਟੂਰਿਜ਼ਮ ਅਫਸਰਾਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਨੇ ਜਾਂਚ ਸ਼ਿਕਾਇਤਕਰਤਾ ਬਠਿੰਡਾ ਵਾਸੀ ਰਾਜਵਿੰਦਰ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਬਾਅਦ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ। ਸੋ ਸ਼ਿਕਾਇਤਕਰਤਾ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਵਿਆਹ ਤੇ ਹੋਏ ਖਰਚੇ ਨੂੰ ਐਡਜਸਟ ਕਰਨ ਲਈ ਦਾਸਤਾਨ ਸ਼ਹਾਦਤ ਦੇ ਉਦਘਾਟਨੀ ਸਮਾਗਮ ਦੇ ਖਰਚਿਆਂ ਵਿੱਚ ਇਹ ਜਿਹੜਾ ਹੈ ਇਹ ਐਡਜਸਟਮੈਂਟ ਜਿਹੜੀ ਹੈ ਉਹ ਕੀਤੀ ਗਈ ਹੈਗੀ ਆ। ਸੋ ਖਬਰ ਇਹ ਵੱਡੀ ਹੈਗੀ ਆ, ਉਸ ਤੋਂ ਬਾਅਦ ਵੀ ਤੁਹਾਨੂੰ ਦੱਸਾਂਗੇ। ਸੋ ਦੱਸ ਦਈਏ ਕਿ 17 ਨਵੰਬਰ 2021 ਨੂੰ ਦਾਸਤਾਨ ਸ਼ਹਾਦਤ ਦੇ ਸਮਾਗਮ ਦੇ ਪ੍ਰਬੰਧਾਂ ਵਿੱਚ 4 ਟੈਂਡਰ ਜਿਹੜੇ ਜਾਰੀ ਕੀਤੇ ਗਏ ਸੀ ਤੇ ਚਾਰੇ ਟੈਂਡਰ ਇੱਕੋ ਦਿਨ 17 ਨਵੰਬਰ 2021 ਨੂੰ ਬੁਲਾਏ ਗਏ ਸੀ ਤੇ ਤਕਨੀਕੀ ਬੋਲੀ ਵੀ ਉਸੇ ਦਿਨ ਖੋਲੀ ਗਈ ਤੇ ਇਸ ਤਕਨੀਕੀ ਬੋਲੀ ਨੂੰ ਵੀ ਉਸੇ ਦਿਨ ਪ੍ਰਵਾਨ ਜਿਹੜਾ ਹੈ ਉਹ ਕਰ ਲਿਆ ਗਿਆ ਸੀਗਾ। ਸੋ ਇਹ ਪੂਰੀਆਂ ਦੀਆਂ ਡੇਟਸ ਜਿਹੜੀਆਂ ਨੇ ਮੈਂ ਆਪਣੇ ਕੋਲ ਲੈ ਕੇ ਆਈ ਹਾਂ। ਇੰਨਾ ਹੀ ਨਹੀਂ ਕਿ ਵਿੱਤ ਬੋਲੀ ਖੋਲ ਕੇ ਟੈਂਡਰ ਵੀ ਉਸੇ ਦਿਨ ਅਲਾਟ ਕਰ ਦਿੱਤੇ ਗਏ, ਸਾਰੀ ਟੈਂਡਰ ਪ੍ਰਕਿਰਿਆ ਇੱਕੋ ਦਿਨ ਵਿੱਚ ਮੁਕੰਮਲ ਹੋ ਗਈ। ਸੋ ਇਹ ਵੀ ਦੱਸ ਦਈਏ ਕਿ ਸਾਰੇ ਟੈਂਡਰਾਂ ਵਿੱਚ ਇੱਕ ਹੀ ਬਿਲਡਰ ਨੂੰ ਮਨਜ਼ੂਰੀ ਦਿੱਤੀ ਗਈ। ਸੋ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਲੂਪਸ ਜਿਹੜੇ ਨੇ ਉਹ ਇਸ ਦੇ ਅੰਦਰੋਂ ਨਿਕਲ ਕੇ ਸਾਹਮਣੇ ਆ ਰਹੇ ਨੇ। ਕੀ ਕੁਝ ਨਿਕਲ ਕੇ ਸਾਹਮਣੇ ਆਏਗਾ ਇਹ ਅਜੇ ਅਸੀਂ ਵੀ ਨਹੀਂ ਜਾਣਦੇ, ਪਰ ਜਿਸ ਤਰ੍ਹਾਂ ਨਾਲ ਜੇ ਜਾਂਚ ਹੁੰਦੀ ਹੈ ਤੇ ਜਾਂਚ ਅੱਗੇ ਵੱਧਦੀ ਹੈ ਤਾਂ ਕੁਝ ਅਜਿਹੇ ਖੁਲਾਸੇ ਹੋ ਸਕਦੇ ਨੇ ਜਿਹੜੇ ਕਿ ਤੁਹਾਨੂੰ ਵੀ ਹੈਰਾਨ ਕਰ ਸਕਦੇ ਨੇ ਤੇ ਸਾਨੂੰ ਵੀ ਹੈਰਾਨ ਕਰ ਸਕਦੇ ਨੇ। ਤੇ ਬਾਕੀ ਜਿਹੜਾ ਦੌਰ ਰਿਹਾ ਸੀ ਉਹ ਵਾਲਾ ਚੰਨੀ ਸਾਹਿਬ ਦਾ, ਉਹ ਦੌਰ ਜਿਹੜਾ ਹੈ ਮਖਮਲੀ ਦੌਰ ਰਿਹਾ ਸੀਗਾ ਤੇ ਹੁਣ ਉਸ ਮਖਮਲ ਤੋਂ ਜਦੋਂ ਬਾਹਰ ਆਏ ਨੇ ਤਾਂ ਕੀ ਕੁਝ ਹੈ ਇਹ ਆਪਾਂ ਦੇਖਣਾ ਹੈਗਾ, ਜਿਹਦੇ ਵਿੱਚ ਵੀ ਜਾਂਚ ਅੱਗੇ ਵੱਧਦੀ ਜਾਏਗੀ, ਤੁਹਾਨੂੰ ਅਪਡੇਟ ਕਰਦੇ ਜਾਵਾਂਗੇ। तो ਅੱਗੇ ਜ਼ਿਕਰ ਕਰਾਂਗੇ ਇੱਕ ਅਜਿਹੀ ਵੀਡੀਓ ਦਾ ਜਿਸਨੇ ਤਰਥੱਲੀ ਮਚਾ ਦਿੱਤੀ। ਇੱਕ ਅਸ਼ਲੀਲ ਵੀਡੀਓ ਦੀ ਗੱਲ ਕਰ ਰਹੇ ਹਾਂ ਤੇ ਦੱਸਿਆ ਜਾ ਰਿਹਾ ਹੈ ਕਿ ਅਸ਼ਲੀਲ ਵੀਡੀਓ ਜਿਹੜੀ ਹੈ ਇਹ ਕਾਂਗਰਸੀ ਆਗੂ ਦੀ ਆ, ਕਾਂਗਰਸੀ ਆਗੂ ਟਹਿਲ ਸਿੰਘ ਦੀ ਵੀਡੀਓ ਆ। ਇੱਕ ਬੰਦਾ ਜਿਹੜਾ ਹੈ ਉਹ ਚਲਾ ਜਾਂਦਾ ਇੱਕ ਕਮਰੇ ਦੇ ਅੰਦਰ ਤੇ ਕਮਰੇ ਦੇ ਅੰਦਰ ਜਾਣ ਤੋਂ ਬਾਅਦ ਫਿਰ ਉਹ ਜੋ ਦੇਖਦਾ ਹੈ ਉਹ ਸਵਾਲ ਕਰਦਾ ਹੈ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ। ਉਸ ਵਕਤ ਦੱਸਿਆ ਜਾਂਦਾ ਹੈ ਕਿ ਜਿਹੜਾ ਇਹ ਕਾਂਗਰਸੀ ਆਗੂ ਹੈਗਾ ਉਸਦੇ ਹੋਸ਼ ਫਾਕਤਾ ਹੋ ਜਾਂਦੇ ਨੇ ਤੇ ਨਾਲ ਹੀ ਇਹ ਔਰਤ ਜਿਹੜੀ ਇਲਜ਼ਾਮ ਲਗਾਉਣਾ ਸ਼ੁਰੂ ਕਰ ਦਿੰਦੀ ਹੈ ਕਿ ਮੈਂ ਤਲਾਕਸ਼ੁਦਾ ਹਾਂ, ਇਸ ਬਾਬਤ ਮੇਰਾ ਕੋਰਟ ਦੇ ਵਿੱਚ ਚੱਕਰ ਲੱਗਦਾ ਰਹਿੰਦਾ, ਉੱਥੇ ਮੇਰੀ ਮੁਲਾਕਾਤ ਇਸ ਦੇ ਨਾਲ ਹੋਈ। ਇਸ ਨੇ ਕਿਹਾ, ਇਸ ਆਗੂ ਨੇ ਕਿਹਾ ਕਿ ਮੈਂ ਤੇਰੇ ਸਾਰੇ ਕੰਮ ਕਰਵਾ ਦੇਵਾਂਗਾ ਤੇ ਉਸ ਤੋਂ ਬਾਅਦ ਇਸ ਦੀਆਂ ਇਹ ਹਰਕਤਾਂ ਜਿਹੜੀਆਂ ਉਹ ਸਾਹਮਣੇ ਆਈਆਂ। ਸੋ ਤੁਹਾਨੂੰ ਦੱਸ ਦਈਏ ਕਿ ਮਾਮਲਾ ਜਿਹੜਾ ਹੈ ਇਹ ਜਿਹੜਾ ਕਾਂਗਰਸੀ ਆਗੂ ਦੱਸਿਆ ਜਾਂਦਾ ਹੈ ਉਸ ਖਿਲਾਫ ਦਰਜ ਕਰ ਲਿਆ ਗਿਆ ਹੈ। ਪਰ ਇਹ ਜਿਹੜੀ ਅਸ਼ਲੀਲ ਵੀਡੀਓ ਆਈ ਇਸਨੇ ਇੱਕ ਵਾਰੀ ਫਿਰ ਤੋਂ ਤਰਥੱਲੀ ਮਚਾ ਕੇ ਰੱਖ ਦਿੱਤੀ, ਕਿਉਂਕਿ ਜੇ ਇਹ ਬਲੈਕਮੇਲਿੰਗ ਦਾ ਮਾਮਲਾ ਹੈ ਕਿ ਮਤਲਬ ਗਿਵ ਐਂਡ ਟੇਕ ਦਾ ਮਾਮਲਾ ਹੈ ਕਿ ਮੈਂ ਤੇਰਾ ਕੰਮ ਕਰਾਂਗਾ ਤੇ ਤੂੰ ਬਦਲੇ 'ਚ ਉਹੀ ਕਰੇਗੀ, ਤੇ ਫਿਰ ਇਹ ਬਹੁਤ ਹੀ ਸ਼ਰਮਨਾਕ ਗੱਲ ਹੈਗੀ ਹੈ ਤੇ ਵੀਡੀਓ ਆਪਣੇ ਆਪ 'ਚ ਬੜੀ ਸ਼ਰਮਨਾਕ ਹੈਗੀ ਆ। ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦੇ ਰਹਿਣ ਵਾਲੇ ਇੱਕ ਨੇਤਾ ਟਹਿਲ ਸਿੰਘ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਬਾਅਦ ਤਰਥੱਲੀ ਮਚ ਗਈ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਲਾਂਕਿ ਬਹੁਤ ਸਾਰੇ ਮੀਡੀਆ ਚੈਨਲ ਚਲਾ ਰਹੇ ਨੇ, ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ, ਪਰ ਬਹੁਤ ਸਾਰੇ ਮੀਡੀਆ ਚੈਨਲ ਚਲਾ ਰਹੇ ਨੇ ਕਿ ਇਹ ਜਿਹੜਾ ਟਹਿਲ ਸਿੰਘ ਹੈ ਰਾਜਾ ਵੜਿੰਗ ਦਾ ਖਾਸ ਹੈ, ਰਾਜਾ ਵੜਿੰਗ ਦਾ ਖਾਸ ਹੋ ਸਕਦਾ ਹੈ। ਬਹੁਤ ਸਾਰੇ ਚੈਨਲ ਦੇ ਚਲਾ ਰਹੇ ਨੇ। ਇਹ ਨੇਤਾ ਕਾਂਗਰਸ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਨੇ ਇਸ ਨੇਤਾ ਖਿਲਾਫ ਥਾਣਾ ਸ੍ਰੀ ਮੁਕਤਸਰ ਸਾਹਿਬ ਵਿੱਚ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਹੋਏ ਐਸਐਚਓ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ, ਕਿਉਂਕਿ ਸੱਚ ਝੂਠ ਦਾ ਪਤਾ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਨਾਂ ਲਗਾ ਦਿੰਦੇ ਨੇ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੀ ਮਰਜ਼ੀ ਨਾਲ ਆਉਂਦੇ ਨੇ ਤੇ ਬਾਅਦ 'ਚ ਨਾਂ ਲਾ ਦਿੰਦੇ ਨੇ। ਸਾਨੂੰ ਨਹੀਂ ਪਤਾ, ਅਸੀਂ ਨਹੀਂ ਕਹਿ ਸਕਦੇ ਕਿ ਇਸ ਮਾਮਲੇ ਵਿੱਚ ਕੌਣ ਸਹੀ ਆ ਕੌਣ ਗਲਤ ਆ,
ਪਰ ਇਹ ਜਾਂਚ ਜਿਹੜਾ ਹੈ, ਜਿਹੜੀ ਜਾਂਚ ਹੈਗੀ ਆ ਉਹ ਬਹੁਤ ਜ਼ਿਆਦਾ ਸਟ੍ਰਿਕਟ ਹੋਣੀ ਜ਼ਰੂਰੀ ਹੈ, ਤੇ ਇਸ ਜਾਂਚ ਦੀ ਨਜ਼ਰ ਜਿਹੜੀ ਆ ਉਹ ਬਹੁਤ ਕੋਲ ਦੀ ਹੋਣੀ ਜ਼ਰੂਰੀ ਹੈ, ਕਿਉਂਕਿ ਜ਼ਿੰਦਗੀਆਂ ਦੀਆਂ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਨੇ ਜਦੋਂ ਇੱਕ ਦਾਗ ਲੱਗਦਾ ਹੈ ਨਾ, ਤੇ ਫਿਰ ਬਚਦਾ ਕੁਛ ਨਹੀਂ ਹੈਗਾ, ਭਾਵੇਂ ਉਹ ਬੰਦਾ ਹੋਵੇ ਤੇ ਭਾਵੇਂ ਉਹ ਜਨਾਨੀ ਹੋਵੇ। ਸੋ ਇਸ ਸਭ ਦੇ ਵਿੱਚ ਜਾਂਚ ਹੋਣੀ, ਸਹੀ ਤਰ੍ਹਾਂ ਨਾਲ ਜਾਂਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਥੋੜੇ ਦਿਨ ਪਹਿਲਾਂ ਮੈਂ ਤੁਹਾਨੂੰ ਪੰਜਾਬ ਪੁਲਿਸ ਦਾ ਰਿਪੋਰਟ ਕਾਰਡ ਦਿਖਾਇਆ ਸੀ, ਤੇ ਉਸ ਰਿਪੋਰਟ ਕਾਰਡ ਨੇ ਬਹੁਤ ਜ਼ਿਆਦਾ ਜਿਹੜਾ ਹੈ ਉਹ ਤਾਰੀਫ ਵੀ ਖੱਟੀ ਸੀਗੀ, ਸ਼ਲਾਘਾ ਖੱਟੀ ਸੀਗੀ ਕਿ ਵਾਕਈ ਹੀ ਜੇ ਅਸੀਂ ਆਮ ਆਦਮੀ ਪਾਰਟੀ ਸਰਕਾਰ ਦੀ ਗੱਲ ਕਰੀਏ ਤਾਂ ਭਾਵੇਂ AGTF ਹੋਏ, ਭਾਵੇਂ ਉਹਨਾਂ ਦੇ ਪੰਜਾਬ ਪੁਲਿਸ ਦੇ ਬਾਕੀ ਡਿਵੀਜ਼ਨਸ ਹੋਣ, ਉਹਨਾਂ ਨੇ ਬੜਾ ਵਧੀਆ ਕੰਮ ਜਿਹੜਾ ਹੈ ਉਹ ਕੀਤਾ ਹੈਗਾ। ਜਦੋਂ ਰਿਪੋਰਟ ਕਾਰਡ ਸਾਹਮਣੇ ਆਇਆ ਸੀ ਤੇ ਲੱਗਿਆ ਸੀ ਹਾਂ ਕੁਝ ਹੋ ਰਿਹਾ ਹੈਗਾ, ਤੇ ਇਦਾਂ ਨਹੀਂ ਹੋ ਰਿਹਾ। ਮਾਨ ਸਰਕਾਰ ਕਾਫੀ ਸੰਜੀਦਗੀ ਨਾਲ ਬਹੁਤ ਸਾਰੇ ਪਹਿਲੂਆਂ ਤੇ ਕੰਮ ਕਰ ਰਹੀ ਹੈਗੀ। ਅਸੀਂ ਇਹ ਨਹੀਂ ਕਹਿੰਦੇ ਕਿ ਕ੍ਰਾਈਮ ਖਤਮ ਹੋ ਗਿਆ, ਅਸੀਂ ਇਹ ਨਹੀਂ ਕਹਿੰਦੇ, ਤੇ ਅਸੀਂ ਪਰ ਇੰਨਾ ਜ਼ਰੂਰ ਕਹਿੰਦੇ ਕਿ ਕੁਝ ਸੁਧਾਰ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈਗਾ। ਪਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕੁਝ ਦੇਖ ਰਹੇ ਨੇ ਤੇ ਕੁਝ ਉਸ ਤੇ ਰਿਐਕਟ ਕਰ ਰਹੇ ਨੇ। ਇਹ ਮੈਂ ਕਿਉਂ ਕਹਿ ਰਹੀ ਹੈਗੀ ਆ, ਇਹ ਮੈਂ ਤਾਂ ਕਰਕੇ ਕਹਿ ਰਹੀ ਹਾਂ ਕਿ ਜਦੋਂ ਰੀਸੈਂਟ ਤੁਹਾਨੂੰ ਰਿਪੋਰਟ ਕਾਰਡ ਦਿਖਾਇਆ ਸੀਗਾ ਨਾ ਪੰਜਾਬ ਪੁਲਿਸ ਦਾ, ਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅਸੀਂ ਇੰਨੇ ਡਰੋਨਸ ਫੜੇ ਨੇ, ਜਾਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਅਸੀਂ ਉਹਨਾਂ ਦੀ ਧਰਪਕੜ ਜਿਹੜੀ ਹੈ ਕੀਤੀ ਹੈਗੀ, ਇਹਨੇ ਗੈਂਗਸਟਰ ਫੜੇ ਨੇ, ਅੱਤਵਾਦੀ ਫੜੇ, ਸਾਰਾ ਕੁਝ ਤੁਹਾਨੂੰ ਦੱਸਿਆ ਸੀਗਾ। ਇੱਕ ਡੇਟਾ ਜਿਹੜਾ ਹੈ ਤੁਹਾਨੂੰ ਦੱਸਿਆ ਸੀ। ਅੱਜ ਵੀ ਥੋੜਾ ਜਿਹਾ ਦੱਸ ਦੂੰਗੀ ਤਾਂ ਕਿ ਜਿਹੜੀ ਯਾਦਦਾਸ਼ਤ ਹੈਗੀ ਆ ਉਹ ਥੋੜੀ ਹੋਰ ਰਾਈਜ਼ਨ ਅਪ ਹੋ ਜਾਏ। ਸੋ ਅਜਿਹੇ ਵਿੱਚ ਲੋਕ ਜਿਹੜੇ ਨੇ ਉਹ ਟ੍ਰੋਲ ਕਰ ਰਹੇ ਨੇ ਹੁਣ ਆਮ ਆਦਮੀ ਪਾਰਟੀ ਸਰਕਾਰ ਨੂੰ। ਬਹੁਤ ਸਾਰੇ ਲੋਕ ਟ੍ਰੋਲ ਕਰ ਰਹੇ ਨੇ, ਸਾਰੇ ਨਹੀਂ ਕਰ ਰਹੇ, ਕੁਝ ਲੋਕ ਖੁਸ਼ ਵੀ ਨੇ, ਕੁਝ ਲੋਕ ਟ੍ਰੋਲਿੰਗ ਵੀ ਕਰ ਰਹੇ ਹੈਗੇ ਆ। ਬਹੁਤ ਸਾਰੇ ਲੋਕ ਟ੍ਰੋਲ ਕਰ ਰਹੇ ਆ ਕਿ ਜੀ ਆ ਜਿਹੜਾ ਤੁਸੀਂ BSF ਦੇ ਨਾਂ ਤੇ ਆਪ ਨਾਮਣਾ ਖੱਟ ਰਹੇ ਹੋ, ਇਹ ਗੱਲ ਸਹੀ ਨਹੀਂ ਹੈਗੀ। ਫਿਰ ਕਹਿੰਦੇ ਕਿ ਜਦੋਂ ਤੁਹਾਡੇ ਪੁਲਿਸ ਆਫੀਸ਼ੀਅਲਸ ਆਪਣੀਆਂ ਪ੍ਰੈਸ ਕਾਨਫਰੰਸਿਸ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਦਿੱਲੀ ਸੈੱਲ ਦਾ ਧੰਨਵਾਦ ਕਰਦੇ ਨੇ, ਤੇ ਇਸ ਦੇ ਵਿੱਚ ਜਿਹੜਾ ਜ਼ਿਆਦਾ ਕੰਮ ਹੈਗਾ ਉਹ ਦਿੱਲੀ ਪੁਲਿਸ ਦਾ ਹੈਗਾ, ਨਾ ਕਿ ਪੰਜਾਬ ਪੁਲਿਸ ਦਾ। ਸੋ ਤੁਸੀਂ ਖੁਦ ਨੂੰ ਸ਼ਾਬਾਸ਼ੀ ਤਾਂ ਬਿਲਕੁਲ ਨਾ ਦਿਓ। ਸੋ ਅਜਿਹੇ ਕੁਝ ਟਵੀਟਸ ਤੇ ਕੁਝ ਟ੍ਰੋਲਿੰਗ ਵੀ ਹੋ ਰਹੀ ਹੈ ਤੇ ਕੁਝ ਟਵੀਟਸ ਕਰਕੇ ਟ੍ਰੋਲ ਕਰ ਰਹੇ ਨੇ। ਸੋ ਪੰਜਾਬ ਪੁਲਿਸ ਦੇ ਸਾਲ ਦੇ ਰਿਪੋਰਟ ਕਾਰਡ ਨੂੰ ਜਾਰੀ ਕਰਕੇ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਟ੍ਰੋਲ ਹੋ ਰਹੀ ਹੈਗੀ ਆ। ਦਰਅਸਲ ਪੰਜਾਬ ਪੁਲਿਸ ਦੇ ਸਾਲ ਦੇ ਰਿਪੋਰਟ ਕਾਰਡ ਨੂੰ ਜਾਰੀ ਕਰਕੇ ਆਪ ਸਰਕਾਰ ਨੇ ਦਾਅਵਾ ਕੀਤਾ ਸੀ, ਤੁਹਾਨੂੰ ਪਤਾ ਹੀ ਹੈ, ਤੁਹਾਨੂੰ ਮੈਂ ਫਿਰ ਤੋਂ ਇੱਕ ਵਾਰ ਦੱਸ ਦਿੰਦੀ ਹਾਂ ਕਿ ਇੱਕ ਸਾਲ ਵਿੱਚ 119 ਗੈਂਗਸਟਰ ਫੜੇ ਨੇ, 119 ਅੱਤਵਾਦੀ ਫੜੇ ਨੇ, 428 ਗੈਂਗਸਟਰਸ ਨੂੰ ਗ੍ਰਿਫਤਾਰ ਕੀਤਾ ਹੈਗਾ। ਇਹਨਾਂ ਨਹੀਂ 22 ਡਰੋਨ ਮਾਰੇ ਗਏ, ਸੁੱਟੇ ਗਏ, ਤੇ ਬਹੁਤ ਮਤਲਬ ਇੱਥੇ ਹੈਗਾ ਸੀਗਾ ਕਿ 11 ਕਰੋੜ ਤੋਂ ਵੱਧ ਦੀ ਜਿਹੜੀ ਹੈ ਡਰੱਗ ਫੜੀ ਆ, ਤੇ 16,798 ਡਰੱਗ ਵੇਚਣ ਵਾਲੇ ਤੇ ਜਿਹੜੇ ਸਮਗਲਰ ਹੈਗੇ ਨੇ, ਤਸਕਰ ਹੈਗੇ ਨੇ, ਉਹਨਾਂ ਨੂੰ ਫੜਿਆ ਗਿਆ। ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਸੀ ਇਹ ਸੀਗੀਆਂ, ਇਹ ਮੈਂ ਤੁਹਾਨੂੰ ਦੱਸ ਚੁੱਕੀ ਸੀਗੀ। ਹੁਣ ਟ੍ਰੋਲਿੰਗ ਇਸ ਤੇ ਹੋ ਰਹੀ ਹੈ, ਲੋਕਾਂ ਨੂੰ ਕਿਹੜੀ ਗੱਲ ਜਿਹੜੀ ਉਹ ਪਸੰਦ ਨਹੀਂ ਆ ਰਹੀ, ਇਸ ਗੱਲ ਤੇ ਅਸੀਂ ਜ਼ਰੂਰ ਆਉਂਦੇ ਹੈਗੇ ਆ ਵੀ ਇਹ ਕਹਿੰਦੇ ਹੈਗੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗੈਂਗਸਟਰ ਅਤੇ ਦਹਿਸ਼ਤਗਰਦਾਂ ਨੂੰ ਫੜਨ ਦੇ ਦਾਅਵੇ ਤੇ ਲੋਕ ਭੜਕ ਰਹੇ ਨੇ। ਲੋਕਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਦੇ DGP ਜ਼ਿਆਦਾਤਰ ਪ੍ਰੈਸ ਵਾਰਤਾਵਾਂ ਵਿੱਚ ਗੈਂਗਸਟਰਸ ਨੂੰ ਫੜਨ ਲਈ ਦਿੱਲੀ ਪੁਲਿਸ ਦਾ ਜਿਹੜਾ ਹੈ ਉਹ ਧੰਨਵਾਦ ਕਰਦੇ ਨੇ। ਹੁਣ 22 ਡਰੋਨ ਸੁੱਟਣ ਦੇ ਮਾਮਲੇ ਵਿੱਚ ਆਪ ਸਰਕਾਰ ਨੂੰ ਲੋਕਾਂ ਨੇ ਖੂਬ ਲਤਾੜਿਆ ਵੀ ਹੈਗਾ। ਤੁਹਾਨੂੰ ਸਿੱਧੀ ਜਿਹੀ ਗੱਲ ਦੱਸਾਂ, ਲੋਕਾਂ ਦਾ ਕਹਿਣਾ ਕਿ ਪਾਕਿਸਤਾਨ ਦੇ ਵੱਲੋਂ ਆਉਣ ਵਾਲੇ ਡਰੋਨ BSF ਦੇ ਜਵਾਨਾਂ ਨੇ ਮਾਰ ਸੁੱਟੇ। ਇਸ ਵਿੱਚ ਪੰਜਾਬ ਪੁਲਿਸ ਦਾ ਕੋਈ ਵੀ ਯੋਗਦਾਨ ਨਹੀਂ ਹੈ, ਕਿਉਂਕਿ ਲੋਕ ਮੰਨਦੇ ਆ ਕਿ ਇਸ ਵਿੱਚ ਪੰਜਾਬ ਪੁਲਿਸ ਦਾ ਕੋਈ ਯੋਗਦਾਨ ਨਹੀਂ ਹੈ, ਇਹ BSF ਦਾ ਕੰਮ ਹੈਗਾ। ਸੋ ਇਹ ਪੰਜਾਬ ਪੁਲਿਸ ਇਸ 'ਚ ਕਿਉਂ ਤੁਸੀਂ ਇਹਦਾ ਕ੍ਰੈਡਿਟ ਕਿਉਂ ਲੈ ਰਹੇ ਹੈਗੇ ਹੋ? ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਇਸ ਦਾ ਕ੍ਰੈਡਿਟ ਲੈ ਰਹੀ ਹੈਗੀ। ਜਿਵੇਂ ਇੱਕ ਟ੍ਰੋਲ ਆ, ਇੱਕ ਟਵੀਟ ਆ, whenever any operation has taken place, Punjab DGP has himself confessed that it was completed with the help of Delhi police or police of other states, whether BSF or NIA. How can you take credit for this when law and order has completely collapsed in the state? So ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ, ਕਿਉਂਕਿ law and order ਨੂੰ ਲੈ ਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਚਿੰਤਤ ਹੁੰਦੇ ਨੇ, ਤੇ ਇੱਥੇ ਗੁੱਸਾ ਜਿਹੜਾ ਜਮ ਕੇ ਸਾਹਮਣੇ ਆ ਰਿਹਾ। ਪਰ ਅਗੇਨ ਫਿਰ ਮੈਂ ਕਹੂੰਗੀ ਕਿ ਰਿਪੋਰਟ ਕਾਰਡ ਆਉਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਕੁਝ ਚੰਗੇ ਟਵੀਟਸ ਵੀ ਕੀਤੇ ਨੇ, ਬਹੁਤ ਸਾਰੇ ਲੋਕ ਇਹਨਾਂ ਕਾਰਗੁਜ਼ਾਰੀਆਂ ਤੋਂ ਖੁਸ਼ ਵੀ ਲੱਗ ਰਹੇ ਨੇ। ਉਹਨਾਂ ਨੂੰ ਸਟੇਟ ਦੇ ਵਿੱਚ ਫਰਕ ਜਿਹੜਾ ਹੈ ਉਹ ਵੀ ਦਿਸਣਾ ਸ਼ੁਰੂ ਹੋ ਗਿਆ, ਕਿਉਂਕਿ ਕ੍ਰਾਈਮਸ ਹੋ ਰਹੇ ਨੇ, ਵੱਡੇ ਹੋ ਰਹੇ ਨੇ, ਇਸ 'ਚ ਕੋਈ ਸ਼ੱਕ ਨਹੀਂ ਹੈਗਾ। ਪਰ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਕਿ ਮਾਨ ਸਰਕਾਰ ਇਸ ਨੂੰ ਬਹੁਤ ਚੰਗੀ ਤਰ੍ਹਾਂ ਦੇ ਨਾਲ ਕੈਰੀ ਕਰਕੇ ਤੇ ਧੜੱਲੇ ਦੇ ਨਾਲ, ਬਿਨਾਂ ਡਰੇ, ਬਿਨਾਂ ਕਿਸੇ ਪ੍ਰੈਸ਼ਰ ਹੇਠ ਆਏ ਆਪਣਾ ਕੰਮ ਜਿਹੜਾ ਹੈ ਕਰ ਰਹੀ ਹੈਗੀ, ਤੇ ਪੰਜਾਬ ਪੁਲਿਸ ਨਾਲ ਪੂਰਾ ਰਾਬਤਾ ਕਾਇਮ ਕੀਤਾ ਹੋਇਆ ਹੈ। ਪਰ ਬਹੁਤ ਸਾਰੇ ਲੋਕ ਇਹ ਵੀ ਮੰਨਦੇ ਨੇ ਕਿ ਜਿਹੜੀ ਭਗਵੰਤ ਮਾਨ ਸਰਕਾਰ ਹੈ ਉਹ ਕ੍ਰੈਡਿਟ ਲੈ ਰਹੀ ਹੈ। ਇੱਕ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ
ਇੱਕ ਨਾਬਾਲਿਗ ਦੇ ਨਾਲ ਦੁਸ਼ਕਰਮ ਕੀਤਾ ਗਿਆ ਹੈ। ਰੋਜ਼ ਅਜਿਹੀਆਂ ਖਬਰਾਂ ਦੱਸਦਿਆਂ ਹੋਇਆਂ ਮਨ ਦੁਖਦਾ ਹੈ, ਪਰ ਖਬਰ ਜਿਹੜੀ ਹੈ ਦੱਸਣੀ ਪੈਂਦੀ ਆ। ਇਹ ਬੰਦਾ ਜਿਹੜਾ ਹੈ ਇਸ ਨਾਬਾਲਿਗ ਕੁੜੀ ਨੂੰ ਲੁਧਿਆਣਾ ਤੋਂ ਅੰਮ੍ਰਿਤਸਰ ਲੈ ਜਾਂਦਾ ਹੈ ਤੇ ਅੰਮ੍ਰਿਤਸਰ ਲੈ ਕੇ ਜਾ ਕੇ ਉਸ ਨੂੰ ਕੋਈ ਨਸ਼ੀਲੀ ਚੀਜ਼ ਖਵਾਈ ਜਾਂਦੀ ਹੈ ਤੇ ਉਸ ਨਾਲ ਦੁਸ਼ਕਰਮ ਕਰਦਾ ਰਹਿੰਦਾ ਹੈ। ਜਦੋਂ ਕੁੜੀ ਨੂੰ ਹੋਸ਼ ਆਉਂਦੀ ਆ, ਹੋਸ਼ ਆਉਣ ਦੇ ਬਾਅਦ ਉਹ ਕਿਸੇ ਤਰ੍ਹਾਂ ਆਪਣੇ ਘਰ ਪਹੁੰਚਦੀ ਹੈਗੀ ਆ, ਲੁਧਿਆਣੇ ਪਹੁੰਚਦੀ ਹੈਗੀ ਆ, ਆਪਣੇ ਘਰ ਆ ਕੇ ਪੂਰੀ ਗੱਲ ਦੱਸਦੀ ਆ ਤੇ ਫਿਰ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਦੋਂ ਪੁਲਿਸ ਤੱਕ ਮਾਮਲਾ ਪਹੁੰਚਦਾ ਹੈ। ਬੰਦਾ ਤਾਂ ਗ੍ਰਿਫਤਾਰ ਕਰ ਲਿਆ ਗਿਆ, ਪਰ ਲਗਾਤਾਰ ਅਜਿਹੀਆਂ ਖਬਰਾਂ ਜਿਹੜੀਆਂ ਨੇ ਉਹ ਆਉਂਦੀਆਂ ਹੈਗੀਆਂ ਜਦੋਂ ਕੋਈ ਨਸ਼ੀਲੀ ਚੀਜ਼ ਪਿਆ ਕੇ ਜਾਂ ਖਵਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਸੋ ਅਜਿਹੇ ਵਿੱਚ ਅੱਜ ਇੱਕ ਉਹ ਵੀ ਗੱਲ ਕਰਨੀ ਹੈਗੀ ਆ, ਕਿਉਂਕਿ ਕਿਸੇ ਤਰ੍ਹਾਂ ਘਰ ਪਹੁੰਚੀ ਹੈ। ਪਹਿਲਾਂ ਇਹ ਵੀ ਗੱਲ ਸਾਹਮਣੇ ਆਈ ਕਿ ਨਾਬਾਲਿਗ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦੀ ਬੇਟੀ 24 ਦਸੰਬਰ ਨੂੰ ਘਰ ਆਈ ਤਾਂ ਉਸਨੇ ਸਾਰੀ ਗੱਲ ਜਿਹੜੀ ਹੈ ਉਹ ਸਾਨੂੰ ਦੱਸੀ ਹੈ। ਨਾਬਾਲਿਗ ਨੇ ਜਿਹੜਾ ਹੈ ਆਪਣੇ ਪਰਿਵਾਰ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਆਰੋਪੀ ਘਰ ਆਇਆ ਸੀ। ਜਿਸ ਦਿਨ ਉਹ ਘਰ ਆਇਆ ਤਾਂ ਘਰ 'ਚ ਕੋਈ ਨਹੀਂ ਸੀ। ਉਸ ਦਿਨ ਆਰੋਪੀ ਨੇ ਉਸ ਨਾਲ ਜ਼ਬਰਦਸਤੀ ਸੰਬੰਧ ਬਣਾਏ ਤੇ ਇਹ ਵੀ ਕਿਹਾ, ਧਮਕੀ ਦਿੱਤੀ ਕਿ ਕਿਸੇ ਨੂੰ ਦੱਸਣਾ ਬਿਲਕੁਲ ਹੀ ਨਹੀਂ। ਸੋ ਅਜਿਹੇ ਵਿੱਚ ਇਸ ਦੇ ਬਾਅਦ ਹੀ ਆਰੋਪੀ ਨੇ ਉਸ ਨੂੰ ਵਿਆਹ ਦਾ ਝਾਂਸਾ ਦਿੱਤਾ, ਕਿਹਾ ਕਿ ਮੈਂ ਸੰਬੰਧ ਬਣਾਏ ਨੇ ਤੇ ਹੁਣ ਮੈਂ ਵਿਆਹ ਕਰਾਂਗਾ ਤੇ ਵਿਆਹ ਕਰਨ ਲਈ ਤੂੰ ਮੇਰੇ ਨਾਲ ਅੰਮ੍ਰਿਤਸਰ ਚੱਲ। ਉਹ ਅੰਮ੍ਰਿਤਸਰ ਜਦੋਂ ਗਈ ਤੇ ਉਸ ਨੂੰ ਕੋਈ ਨਸ਼ੀਲਾ ਪਦਾਰਥ ਜਿਹੜਾ ਇਲਜ਼ਾਮ ਕਹਿੰਦੇ ਨੇ ਉਹ ਦਿੱਤਾ ਗਿਆ ਤੇ ਨਸ਼ੀਲਾ ਪਦਾਰਥ ਦੇਣ ਤੋਂ ਬਾਅਦ ਇਹ ਜਿਹੜੀ ਹਰਕਤ ਹੈ ਇਹ ਉਸਨੇ ਕੀਤੀ, ਗੰਦਾ ਕਾਰਾ ਕੀਤਾ ਤੇ ਲਗਾਤਾਰ ਕਰਦਾ ਰਿਹਾ। ਕਿਸੇ ਤਰ੍ਹਾਂ ਕੁੜੀ ਜੰਗਲ ਚੋਂ ਜਦੋਂ ਬਚ ਕੇ ਆਈ, ਜਦੋਂ ਘਰ ਪਹੁੰਚੀ ਤੇ ਫਿਰ ਪੂਰੇ ਦੇ ਪੂਰੀ ਮਾਮਲੇ ਦੀ ਪਰਤ ਜਿਹੜੀ ਹੈ ਉਹ ਖੁੱਲ ਸਕੀ ਹੈ। ਇਸੇ ਨਾਲ ਤਾਲੁਕ ਰੱਖਦੀ ਇੱਕ ਇਨਫੋਰਮੇਸ਼ਨਲ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਖਬਰ ਦੀ ਇਨਫੋਰਮੇਸ਼ਨ ਇਹ ਜ਼ਿਆਦਾ ਹੈਗੀ ਹੈ ਤੇ ਅਵੇਅਰਨੈਸ ਲਈ ਜ਼ਿਆਦਾ ਹੈ, ਕਿਉਂਕਿ ਖਬਰ ਅਜੇ ਹੋਰ ਵੀ ਹੈ, ਪਰ ਇਸ ਤੇ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਤਾਲੁਕ ਰੱਖਦੀ ਆ ਇਹਨਾਂ ਦਿਨਾਂ ਨਾਲ ਜ਼ਿਆਦਾ, ਕਿਉਂਕਿ ਇਹ ਵਕੇਸ਼ਨ ਵਾਲੇ ਦਿਨ ਨੇ। ਕ੍ਰਿਸਮਸ ਚਲਾ ਗਿਆ, ਹੁਣ ਨਿਊ ਈਅਰ ਹੈ, ਬੱਚੇ ਜਿਹੜੇ ਨੇ ਉਹ ਪਾਰਟੀ ਕਰਦੇ ਹੈਗੇ ਨੇ, ਬਾਲਗ ਵੀ ਕਰਦੇ ਨੇ, ਨਾਬਾਲਗ ਵੀ ਕਰਦੇ ਨੇ। ਇਸ ਦਰਮਿਆਨ ਕੁਝ ਡਰੱਗਸ ਮਾਰਕੀਟ ਦੇ ਵਿੱਚ ਹੁੰਦੀਆਂ ਨੇ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਹੈਗੀਆਂ ਤੇ ਈਜ਼ੀਲੀ ਅਵੇਲੇਬਲ ਹੋ ਜਾਂਦੀਆਂ ਨੇ ਮਾਰਕੀਟ 'ਚ। ਇਹ ਨਹੀਂ ਕਿ ਦੁਕਾਨਾਂ 'ਚ ਮਿਲ ਰਹੀਆਂ, ਲੋਕ ਜਿਹੜੇ ਨੇ ਉਹ ਸਪਲਾਈ ਕਰ ਰਹੇ ਨੇ, ਲੋਕ ਸਪਲਾਈ ਕਰਦੇ ਨੇ ਤੇ ਇਹ ਡਰੱਗਸ ਜਿਹੜੀਆਂ ਨੇ ਹੁਣ ਜਿਹੜੇ ਜ਼ਿਆਦਾ ਅਫੋਰਡ ਨਹੀਂ ਕਰ ਸਕਦੇ। ਪਹਿਲਾਂ ਤਾਂ ਡਰੱਗਸ ਮਹਿੰਗੀਆਂ ਬੜੀਆਂ, ਪਰ ਉਹਨਾਂ ਦੇ ਕੁਝ ਸਸਤੇ ਵਰਜ਼ਨ ਜਿਹੜੇ ਉਹ ਮਾਰਕੀਟ ਦੇ ਵਿੱਚ ਪਹੁੰਚ ਗਏ ਨੇ ਤੇ ਜਦੋਂ ਇਹ ਸਸਤੇ ਵਰਜ਼ਨ ਮਾਰਕੀਟ ਦੇ ਵਿੱਚ ਪਹੁੰਚੇ ਨੇ ਉਸ ਤੋਂ ਬਾਅਦ ਇਹਨਾਂ ਦਾ ਧੜੱਲਾ ਜਿਹੜਾ ਹੈ ਉਹ ਹੋਰ ਵੱਧ ਗਿਆ ਤੇ ਇਹਨਾਂ ਦਿਨਾਂ ਦੇ ਵਿੱਚ ਇਹ ਡਰੱਗ ਜ਼ਿਆਦਾ ਵਿਕਦੀਆਂ ਨੇ, ਭਾਵੇਂ ਹੋਵੇ ਇਹ ਪੰਜਾਬ, ਭਾਵੇਂ ਹੋਵੇ ਬੰਬੇ ਤੇ ਭਾਵੇਂ ਹੋਵੇ ਇਹ ਕੈਨੇਡਾ। ਇਹ ਡਰੱਗਸ ਵਿਕਦੀਆਂ ਨੇ। ਡਰੱਗਸ ਦਾ ਨਾਂ ਵੱਖਰਾ ਹੋ ਸਕਦਾ ਪਰ ਇਹਨਾਂ ਦੀ ਇੰਟੈਂਸਿਟੀ ਜਿਹੜੀ ਹੈ ਉਹੀ ਕਹਿੰਦੀ ਹੈ, ਇਹਨਾਂ ਦਾ ਨੁਕਸਾਨ ਜਿਹੜਾ ਹੈ ਉਹੀ ਕਹਿੰਦਾ ਹੈਗਾ। ਤੇ ਇਹ ਜਿਹੜੀਆਂ ਕੁਝ ਡਰੱਗਸ ਹੈਗੀਆਂ ਨੇ, ਜਿਵੇਂ ਕੁਝ ਮਿਆਓ ਡਰੱਗਸ ਵਰਗੀਆਂ ਕੁਝ ਅਜਿਹੀਆਂ ਡਰੱਗਸ ਹੈਗੀਆਂ ਨੇ ਜਿਹੜੀਆਂ ਕਿ ਜਿਹਨਾਂ ਨੂੰ ਆਪਾਂ ਰੇਪ ਡਰੱਗਸ ਵੀ ਕਹਿ ਦਿੰਦੇ ਆ, ਕਿ ਉਹ ਤੁਹਾਨੂੰ ਜਦੋਂ ਉਹ ਡਰੱਗ ਜਿਹੜੀ ਆ ਉਹ ਦਿੱਤੀ ਜਾਂਦੀ ਆ, ਪਹਿਲੀ ਗੱਲ ਤੇ ਉਹਦਾ ਸਵਾਦ ਪਤਾ ਨਹੀਂ ਲੱਗਦਾ ਹੈਗਾ, ਉਹ ਬਿਲਕੁਲ ਟ੍ਰਾਂਸਪੇਰੈਂਟ ਹੁੰਦੀ ਹੈ, ਉਹ ਟੇਸਟਲੈਸ ਹੁੰਦੀ ਆ, ਹਲਕਾ ਫੁਲਕਾ ਕਿਤੇ ਕੋਈ ਸਾਬਣ ਸੁਬਣ ਦਾ ਸਵਾਦ ਤੁਹਾਡੇ ਮੂੰਹ 'ਚ ਆਵੇ ਪਰ ਪਤਾ ਨਹੀਂ ਲੱਗਦਾ ਹੈਗਾ। ਉਹ ਡਰੱਗ ਜਦੋਂ ਦਿੱਤੀ ਜਾਂਦੀ ਹੈਗੀ ਆ ਕੁੜੀ ਨੂੰ ਤੇ ਉਸਦੇ ਅੰਦਰ, ਬੋਡੀ ਦੇ ਅੰਦਰ ਐਨਰਜੀ ਜਿਹੜੀ ਹੈ ਉਹ ਡਬਲ ਟ੍ਰਿਪਲ ਤਰੀਕੇ ਨਾਲ ਆ ਜਾਂਦੀ ਹੈ, ਉਸਦਾ ਕੁੜੀ ਦਾ ਵਤੀਰਾ ਬਦਲਣਾ ਸ਼ੁਰੂ ਹੋ ਜਾਂਦਾ ਹੈਗਾ। ਉਸ ਤੋਂ ਬਾਅਦ ਜਦੋਂ ਡਰੱਗ ਦਿੱਤੀ ਜਾਂਦੀ ਆ ਤੇ ਨਾਲ ਦੇ ਨਾਲ ਜਿਹੜਾ ਪਿਛਲੀ ਰਾਤ ਨੂੰ ਵਾਕਿਆ ਹੋਇਆ ਹੁੰਦਾ ਉਹ ਉਸਦੇ ਦਿਮਾਗ 'ਚੋਂ ਡਿਲੀਟ ਹੋ ਜਾਂਦਾ। ਤੇ ਇਹ ਡਰੱਗ ਕੋਈ ਬਹੁਤ ਹੀ ਮਹਿੰਗੀ ਡਰੱਗ ਵੀ ਨਹੀਂ ਹੁੰਦੀ। ਸੋ ਆਪਣੇ ਬੱਚਿਆਂ ਨੂੰ ਜਾਣਕਾਰੀ ਦਿਆ ਕਰੋ ਕਿ ਜੇ ਬਾਹਰ ਗਏ ਵੀ ਨੇ ਤੇ ਕਿਸੇ ਤੋਂ ਲੈ ਕੇ ਕੋਈ ਡਰਿੰਕ ਨਹੀਂ ਲੈਣਾ, ਆਪਣੀ ਡਰਿੰਕ ਤੇ ਨਜ਼ਰ ਰੱਖਣੀ ਹੈ, ਖਾਣ ਪੀਣ ਦੀਆਂ ਚੀਜ਼ਾਂ ਤੇ ਨਜ਼ਰ ਰੱਖਣੀ ਹੈ। ਇਹ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਦੱਸਣੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਨੇ। ਸੋ ਇਹ ਜਿਹੜੀ ਡਰੱਗ ਹੈਗੀ ਆ ਪਾਰਟੀ ਵਿੱਚ ਧੋਖੇ ਨਾਲ ਕੁੜੀਆਂ ਨੂੰ ਡਰਿੰਕ ਵਿੱਚ ਰੇਪ ਡਰੱਗਸ ਮਿਲਾ ਕੇ ਪਿਆ ਦੇਣ ਦੀਆਂ ਘਟਨਾਵਾਂ ਹੁਣ ਇੰਡੀਆ 'ਚ ਬੇਹੱਦ ਆਮ ਹੈਗੀਆਂ ਨੇ। ਪਾਰਟੀਆਂ ਦਾ ਦੌਰ ਸ਼ੁਰੂ ਹੁੰਦਿਆਂ ਹੀ ਜਿਹੜੀਆਂ ਘਟਨਾਵਾਂ ਵੱਧ ਜਾਂਦੀਆਂ ਨੇ ਤੇ ਇਸੇ ਵਜ੍ਹਾ ਨਾਲ ਇਹਨਾਂ ਡਰੱਗਸ ਦਾ ਟ੍ਰੈਂਡ ਜਿਹੜਾ ਹੈ ਉਹ ਵੀ ਲਗਾਤਾਰ ਵੱਧ ਰਿਹਾ ਹੈਗਾ। ਸੋ ਗੋਆ ਤੋਂ ਲੈ ਕੇ ਦਿੱਲੀ ਤੱਕ ਪੁਲਿਸ ਅਤੇ ਖੁਫੀਆ ਏਜੰਸੀਆਂ ਜਿਹੜੀਆਂ ਨੇ ਉਹ ਅਲਰਟਸ ਨੇ ਕਿ ਇਹਨਾਂ ਦੀ ਸਪਲਾਈ ਨੂੰ ਕਿਸੇ ਤਰ੍ਹਾਂ ਦੇ ਨਾਲ ਰੋਕਿਆ ਜਾ ਸਕੇ। ਕਲੱਬ ਡਰੱਗਸ, ਪਾਰਟੀ ਡਰੱਗਸ, ਰੇਪ ਡਰੱਗਸ ਵਰਗੇ ਨਾਵਾਂ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਹੈਗਾ ਤੇ ਚੋਰੀ ਛੁਪੇ ਇਹਨਾਂ ਦੀ ਜਿਹੜੀ ਹੈ ਉਹ ਸਪਲਾਈ ਹੁੰਦੀ ਹੈਗੀ ਹੈ। ਕੋਕੇਨ, ਹੈਰੋਇਨ, LSD, ਗਾਂਜਾ, MDMA, ਕੈਟਾਮਾਈਨ, GHB, ਇਹੋ ਜਿਹੀਆਂ ਕਈ ਡਰੱਗਸ ਹੈਗੀਆਂ ਨੇ ਜਿਹੜੀਆਂ ਕਿ ਬਰਬਾਦ ਕਰ ਰਹੀਆਂ ਨੇ ਤੇ ਜਿਹੜੀ ਕਹਿੰਦੇ ਆ ਵੀ ਡੇਟ ਰੇਪ ਡਰੱਗ ਹੈਗੀ ਆ, ਇਹ ਕੋਲਡ ਡਰਿੰਕ ਵਿੱਚ ਮਿਲਾ ਕੇ ਅਪਰਾਧੀ ਜਿਹੜੇ ਨੇ ਉਹ ਪਿਆ ਦਿੰਦੇ ਨੇ ਤੇ ਕੁਝ ਨਹੀਂ ਪਤਾ ਲੱਗਦਾ ਹੈਗਾ। ਪੀਂਦਿਆਂ ਹੀ ਸੈਂਟਰਲ ਨਰਵਸ ਸਿਸਟਮ ਜਿਹੜਾ ਹੈ ਇਸ ਦਾ ਅਸਰ ਹੁੰਦਾ ਹੈ ਤੇ ਅਚਾਨਕ ਤੁਹਾਡੇ ਅੰਦਰ ਜਿਹੜੀ ਡਰਾਈਵ ਹੈਗੀ ਆ ਉਹ ਵੱਜ ਜਾਂਦੀ ਹੈਗੀ ਆ। ਸੋ ਹੋਸ਼ ਵਿੱਚ ਆਉਣ ਦੇ ਬਾਅਦ ਕੁਝ ਵੀ
याद नहीं रहता हैगा कितनी खतरनाक चीज़ है। सो हुण मार्केट विच रेप ड्रग्स दे जिहड़े ने वो कोड नेम हैगे ने, जिवें बहुत सारे हुण इन्हां कोड नेम्स बारे कुछ गल करना कुछ जरूरी है नहीं। सो हुण गल ये आ कि पार्टी विच अनजान लोकां तो दूर रहो, क्योंकि न्यू ईयर हैगा, असीं ये नहीं कहते हैगे कि तुसीं पार्टी ना करो, असीं ये नहीं कहते हैगे कि तुसीं मतलब जिंदगी जिउणी छड्ड दो, तुहाडी अपनी मर्जी तुसीं किस तरह जिउणा हैगा, पर अपना ध्यान रखो, ध्यान रखना बहुत ज़्यादा जरूरी है। ते मापे भी ਇਹ ਧਿਆਨ ਰੱਖਣ। ਮੇਰੇ ਕੋਲ ਬਹੁਤ ਲੰਬੀ ਲਿਸਟ ਹੈ, ਮੇਰੇ ਕੋਲ ਪੂਰੀ ਦੀ ਪੂਰੀ ਰਿਪੋਰਟ ਹੈਗੀ ਆ, ਪਰ ਮੈਨੂੰ ਲੱਗਦਾ ਹੈ ਕਿ ਜੇ ਇੰਨੀ ਕੁ ਗੱਲ ਸਮਝ ਲਈ ਜਾਏ, ਸਿਰਫ ਧਿਆਨ ਰੱਖਣ ਵਾਲੀ ਗੱਲ ਸਮਝ ਲਈ ਜਾਏ, ਤੇ ਸਭ ਦੀ ਲੋੜ ਹੀ ਨਾ ਪਏ। ਮਸ਼ਹੂਰ ਕ੍ਰਿਕਟਰ ਰਿਸ਼ਭ ਪੰਤ, ਉਹਨਾਂ ਨੂੰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪਸੰਦ ਕਰਦੇ ਹੈਗੇ ਆ। ਆਪਣੀ ਮਾਂ ਨੂੰ ਸਰਪ੍ਰਾਈਜ਼ ਦੇਣ ਦੇ ਲਈ ਜਾ ਰਹੇ ਸੀ, ਤੁਹਾਨੂੰ ਹੁਣ ਤੱਕ ਪਤਾ ਲੱਗ ਗਿਆ ਹੋਣਾ ਕਿ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ, ਲਹੂ-ਲੁਹਾਨ ਹੋ ਜਾਂਦੇ ਹੈਗੇ ਆ। ਤੇ ਸਭ ਵਾਸਤੇ ਜਦੋਂ ਇਹ ਖਬਰ ਆਉਂਦੀ ਆ ਤੇ ਸ਼ੌਕਿੰਗ ਹੁੰਦੀ ਹੈ, ਕਿਉਂਕਿ ਉਹਨਾਂ ਦੀ ਕੁਝ ਤਸਵੀਰਾਂ ਸਾਹਮਣੇ ਆਉਂਦੀਆਂ ਤੇ ਉਹ ਤਸਵੀਰਾਂ ਵਾਕਈ ਡਰਾਉਣ ਵਾਲੀਆਂ ਤਸਵੀਰਾਂ ਹੁੰਦੀਆਂ। ਅਰਦਾਸਾਂ ਲੋਕ ਕਰਦੇ ਨੇ, ਬਹੁਤ ਸਾਰੇ ਲੋਕ ਕ੍ਰਿਕਟ ਫੈਨਸ ਨੇ, ਤੇ ਕੁਝ ਚਸ਼ਮਦੀਦ ਜਿਹੜੇ ਨੇ ਉਹ ਕੀ ਦੱਸ ਰਹੇ ਨੇ, ਉਹ ਦੱਸਦੇ ਨੇ ਕਿ 150 ਦੀ ਸਪੀਡ ਤੇ ਕੋਈ ਗੱਡੀ ਆਉਂਦੀ ਹੈਗੀ ਆ, ਜਿਹੜੀ ਕਿ ਰਿਸ਼ਭ ਪੰਤ ਦੀ ਗੱਡੀ ਦੀ ਗੱਲ ਕਰ ਰਹੇ ਹੈਗੇ ਆ। ਸੋ ਕਹਿੰਦੇ ਆ ਕਿ ਵੀ ਇਹ ਜਿਹੜੇ ਰਿਸ਼ਭ ਪੰਤ ਨੇ ਇੱਕ ਗੱਡੀ ਨੂੰ ਓਵਰਟੇਕ ਕੀਤਾ, ਫਿਰ ਸਾਹਮਣੇ ਇੱਕ ਟੋਇਆ ਆ ਗਿਆ। ਕਿਸ ਤਰ੍ਹਾਂ ਨਾਲ ਐਕਸੀਡੈਂਟ ਹੋਇਆ ਤੁਹਾਨੂੰ ਇਹ ਦੱਸਾਂਗੇ। ਐਕਸੀਡੈਂਟ ਹੋਇਆ ਇਹ ਜਦੋਂ ਤੱਕ ਤੁਹਾਨੂੰ ਪਤਾ ਲੱਗ ਗਿਆ ਹੋਣਾ, ਪਰ ਕਿਸ ਤਰ੍ਹਾਂ ਨਾਲ ਐਕਸੀਡੈਂਟ ਹੋਇਆ ਇਹ ਵੀ ਤੁਹਾਨੂੰ ਦੱਸਾਂਗੇ। ਉਹਨਾਂ ਦੀ ਕਾਰ 5 ਫੁੱਟ ਤੱਕ ਉਛਲ ਕੇ ਪਹਿਲਾਂ ਬੱਸ ਨਾਲ ਟਕਰਾਈ, ਫਿਰ ਡਿਵਾਈਡਰ ਨਾਲ, ਤੇ ਫਿਰ ਇਵੇਂ ਘੜੀਸਦਿਆਂ ਹੋਇਆ ਇਸ ਨੂੰ ਅੱਗ ਲੱਗ ਗਈ। ਅੱਗ ਲੱਗ ਗਈ, ਇਹ ਕਹਿਣਾ ਹਾਦਸੇ ਦੇ ਵਕਤ ਉੱਥੇ ਮੌਜੂਦ ਲੋਕਾਂ ਦਾ, ਤੇ ਨਾਲ ਦੇ ਨਾਲ ਮਤਲਬ ਬਹੁਤ ਸਾਰੇ ਲੋਕ ਉੱਥੇ ਮੌਜੂਦ ਹੈਗੇ ਸੀ। ਪੂਰਾ ਸਰੀਰ ਛਿੱਲ ਗਿਆ, ਕਹਿੰਦੇ ਕੱਪੜੇ ਪੂਰੇ ਦੇ ਪੂਰੇ ਉਹਨਾਂ ਦੇ ਫਟ ਗਏ ਸੀ। 50 ਮੀਟਰ ਦੀ ਦੂਰੀ ਤੇ ਪਏ ਸਨ ਜਿਹੜੇ ਕ੍ਰਿਕਟਰ ਸਨ, ਤੇ ਕ੍ਰਿਕਟਰ ਨੂੰ ਜ਼ਖਮੀ ਦੇਖ ਕੇ ਉਸੇ ਵਕਤ ਕਹਿੰਦੇ ਵੀ ਮੈਂ ਐਂਬੂਲੈਂਸ ਨੂੰ, ਚਸ਼ਮਦੀਦ ਕਹਿੰਦਾ ਮੈਂ ਫੋਨ ਕੀਤਾ ਤੇ ਐਂਬੂਲੈਂਸ ਆਈ ਤੇ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ। ਕੁਝ ਲੋਕ ਰਿਸ਼ਭ ਦੀ ਕਾਰ ਦੇ ਕੋਲ ਪੈਸੇ ਚੁੱਕ ਰਹੇ ਸਨ। ਹੁਣ ਮੈਂ ਤੁਹਾਨੂੰ ਕਿਹਾ ਸੀ ਕਿ ਇਸ ਖਬਰ ਦੇ ਵਿੱਚ ਇੱਕ ਹੋਰ ਖਬਰ ਹੈਗੀ ਆ, ਜਿਹੜੀ ਕਿ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਹ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਮੇਰੇ ਵਾਸਤੇ ਦੱਸਣਾ ਜ਼ਰੂਰੀ ਹੈ। ਪੰਜਾਬ 'ਚ ਸੇਬਾਂ ਵਾਲੀ ਗੱਲ ਪਤਾ ਹੈ ਨਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈ ਫਜ਼ੀਅਤ ਹੋਈ ਸੀ, ਜਦੋਂ ਲੋਕ ਸੇਬ ਲੈ ਕੇ ਭੱਜ ਗਏ ਸੀ, ਜਦੋਂ ਬੰਦੇ ਨੇ ਇੰਨੀ ਗੱਲ ਤੱਕ ਕਹਿਤੀ ਸੀ ਵੀ ਇਹ ਪੰਜਾਬੀ ਹੈ, ਇਹ ਪੰਜਾਬ ਹੈ। ਫਿਰ ਉਸ ਤੋਂ ਬਾਅਦ ਪੰਜਾਬੀਆਂ ਨੇ ਹੀ ਮਦਦ ਕੀਤੀ ਸੀ ਤੇ ਆਪਣਾ ਜਿਹੜਾ ਨਾਮ ਹੈ ਉਸ ਨੂੰ ਸਾਫ਼ ਕਰਾਇਆ ਸੀ। ਪਰ ਗੱਲ ਇੱਥੇ ਹੈ ਕਿ ਇੱਥੇ ਵੀ ਹੁਣ ਕੀ ਹੋਇਆ ਕਿ ਲੋਕ ਕਿਸ ਤਰ੍ਹਾਂ ਦੇ ਨਾਲ ਜਿਹੜੇ ਨੇ ਉਹ ਬਿਲਕੁਲ ਇਨਸਾਨੀਅਤ ਭੁੱਲੇ ਹੋਏ ਨੇ। ਗੱਡੀ ਦੇ ਵਿੱਚ ਕਾਫੀ ਪੈਸੇ ਪਏ ਹੋਏ ਸੀ, ਬਹੁਤ ਅਮਾਊਂਟ ਪਈ ਹੋਈ ਸੀ, ਤੇ ਲੋਕਾਂ ਨੇ ਰਿਸ਼ਭ ਪੰਤ ਨੂੰ ਤੇ ਕੀ ਚੱਕਣਾ ਸੀ, ਉਹਨਾਂ ਨੇ ਪੈਸੇ ਚੱਕ ਕੇ ਜੇਬ 'ਚ ਭਰਨੇ ਸ਼ੁਰੂ ਕਰ ਦਿੱਤੇ। ਸੋ ਇਸ ਤੋਂ ਜ਼ਿਆਦਾ ਘਟੀਆ ਗੱਲ ਹੋਰ ਕੁਝ ਹੋ ਨਹੀਂ ਸਕਦੀ ਹੈਗੀ। ਸੋ ਇਹ ਵੀ ਗੱਲ ਹੈ ਕਿ 3 ਲੇਨ ਦੀ ਸੜਕ ਤੇ ਅਚਾਨਕ ਸਿੰਗਲ ਲੇਨ ਹੋ ਗਈ, ਜਿਹੜੀ ਜਦੋਂ ਇਹ ਹਾਦਸਾ ਹੋਇਆ 150 ਕਿਲੋਮੀਟਰ ਪ੍ਰਤੀ ਘੰਟੇ ਦੀ ਕਹਿੰਦੇ ਸਪੀਡ ਰਹੀ ਹੋਏਗੀ। ਜਿੱਥੇ ਹਾਦਸਾ ਹੋਇਆ ਉਹ ਹਾਈਵੇ ਵਿੱਚ ਕਾਫੀ ਟੋਏ ਵੀ ਹੈਗੇ ਆ। ਗੱਡੀ ਨੂੰ ਓਵਰਟੇਕ ਕਰ ਰਹੇ ਸੀ ਰਿਸ਼ਭ, ਤੇ ਇਹ ਵੀ ਕੁਝ ਲੋਕ ਸਾਹਮਣੇ ਆ ਰਹੇ ਨੇ, ਕਹਿ ਰਹੇ ਨੇ, ਕੁਝ ਡਾਕਟਰਸ ਜਿਹੜੇ ਨੇ ਉਹ ਸਾਹਮਣੇ ਆਏ ਕਹਿ ਰਹੇ ਨੇ ਕਿ ਸੀਟ ਬੈਲਟ ਨਹੀਂ ਪਾਈ ਹੋਈ ਸੀ ਰਿਸ਼ਭ ਪੰਤ ਨੇ। ਹਾਲਾਂਕਿ ਅਸੀਂ ਹਮੇਸ਼ਾ ਇਹ ਕਹਿੰਦੇ ਹੈਗੇ ਆ ਕਿ ਸੀਟ ਬੈਲਟ ਪਾ ਕੇ ਰੱਖਣੀ ਚਾਹੀਦੀ ਹੈਗੀ ਹੈ, ਪਰ ਇੱਥੇ ਇੱਕ ਹੋਰ ਵਰਜਨ ਸਾਹਮਣੇ ਆਇਆ ਜਿੱਥੇ ਇਹ ਕਿਹਾ ਗਿਆ ਕਿ ਜੇ ਸੀਟ ਬੈਲਟ ਪਾਈ ਹੁੰਦੀ ਤਾਂ ਉਹ ਸੜ ਜਾਂਦੇ, ਉਹ ਗੱਡੀ ਚੋਂ ਨਿਕਲ ਨਹੀਂ ਪਾਉਂਦੇ। ਸੋ ਸੀਟ ਬੈਲਟ ਔਰ ਨੋ ਸੀਟ ਬੈਲਟ, ਇੱਥੇ ਤੇ ਹਮੇਸ਼ਾ ਹੀ ਇਹ ਵਿਵਾਦ ਜਿਹੜਾ ਹੈ ਰਹਿੰਦਾ ਹੀ ਹੈਗਾ, ਤੇ ਬਹੁਤ ਸਾਰੇ ਜਿਹੜੇ ਹਾਦਸੇ ਜੋ ਸੀਟ ਬੈਲਟ ਕਰਕੇ ਵੀ ਹੋ ਰਹੇ ਨੇ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈਗਾ। ਪਰ ਅਜਿਹੇ ਵਿੱਚ ਲੋਕਾਂ ਦੀ ਜਿਹੜੀ ਲੋਕਾਂ ਨੇ ਜੋ ਕੀਤਾ ਉਹ ਗੱਲ ਸਾਹਮਣੇ ਆ ਰਹੀ ਹੈ, ਤੇ ਸੀਟ ਬੈਲਟ ਔਰ ਨੋ ਸੀਟ ਬੈਲਟ ਵਾਲਾ ਸਵਾਲ ਜਿਹੜਾ ਹੈ ਇੱਕ ਵਾਰੀ ਫਿਰ ਤੋਂ ਆ ਕੇ ਸਾਹਮਣੇ ਖੜਾ ਹੋ ਗਿਆ ਹੈਗਾ। ਸੋ ਫਿਲਹਾਲ ਪ੍ਰਾਰਥਨਾ ਚੱਲ ਰਹੀ ਹੈ, ਅਰਦਾਸ ਚੱਲ ਰਹੀ ਹੈਗੀ ਹੈ, ਤੁਸੀਂ ਵੀ ਆਪਣਾ ਬਹੁਤ ਜ਼ਿਆਦਾ ਧਿਆਨ ਰੱਖਿਆ ਕਰੋ। ਅੱਜ ਦੇ ਇਸ ਸ਼ੋਅ ਦੇ ਵਿੱਚ ਇੰਨਾ ਹੀ, ਜਦੋਂ ਕੱਲ੍ਹ ਵਾਪਸ ਆਵਾਂਗੇ ਤਾਂ ਹੋਰ ਵੀ ਖਬਰਾਂ ਜਿਹੜੀਆਂ ਨੇ ਉਹ ਹੋਣਗੀਆਂ। ਅੱਜ ਵੀ ਕੁਝ ਕੁ ਖਬਰਾਂ ਜਿਹੜੀਆਂ ਨੇ ਉਹ ਮੈਂ ਪਹਿਲੇ ਦੱਸ ਦੇਵਾਂ ਕਿ ਰਹਿ ਗਈਆਂ, ਬਟ ਦੈਨ ਇੱਕ ਗੱਲ ਪੱਕੀ ਹੁੰਦੀ ਆ ਕਿ ਹਾਈਲਾਈਟਡ ਖਬਰਾਂ ਜਿਹੜੀਆਂ ਹੁੰਦੀਆਂ ਨੇ, ਜਿਹੜੀਆਂ ਮੇਨ ਖਬਰਾਂ ਹੁੰਦੀਆਂ ਨੇ ਉਹ ਤੁਹਾਨੂੰ ਦੱਸ ਦਿੱਤੀਆਂ ਜਾਂਦੀਆਂ ਨੇ। ਕੋਸ਼ਿਸ਼ ਸਿਰਫ ਇੰਨੀ ਹੈ ਕਿ ਅਸੀਂ ਜਦੋਂ ਤੁਹਾਡੇ ਸਾਹਮਣੇ ਆ ਰਹੀ ਹਾਂ ਤੇ ਇੱਕ ਚੀਜ਼ ਮੁਕੰਮਲ ਕਰਾਂ ਕਿ ਖਬਰਾਂ ਦੀ ਗਿਣਤੀ ਭਾਵੇਂ ਘੱਟ ਹੋਵੇ, ਪਰ ਖਬਰਾਂ ਤੇ ਚਰਚਾ ਜਿਹੜੀ ਹੈ ਉਹ ਜ਼ਿਆਦਾ ਹੋਵੇ। ਗਲਾ ਸਭ ਤੋਂ ਖਰਾਬ ਲੱਗ ਰਿਹਾ। ਇੱਥੇ ਜਦੋਂ ਅਸੀਂ ਹੈਲਥ ਦੀ ਗੱਲ ਕਰ ਰਹੇ ਹਾਂ, ਸਾਰੇ ਇੱਥੇ ਮਤਲਬ ਮੈਂ ਵੀ ਜਦੋਂ ਘਰ ਹੈਗੀ ਆ, ਸਾਰੇ ਬਿਮਾਰ ਹੀ ਹੈਗੇ ਆ। ਕਿਸੇ ਦੀ ਖਾਓ ਚੱਲ ਰਹੀ ਹੈ, ਕਿਸੇ ਦੀ ਚੱਲ ਰਹੀ ਆ। ਸੋ ਖਾਂਸੀ ਜ਼ੁਕਾਮ ਤੇ ਸਾਰਿਆਂ ਨੂੰ ਆ, ਫੀਵਰ ਵੀ ਆ, ਬੋਡੀ ਇੱਕ ਹੋ ਰਹੀ ਆ,
ਵੈਦਰ ਇਸ ਤਰ੍ਹਾਂ ਦਾ ਹੈਗਾ, ਧਿਆਨ ਰੱਖਣਾ। ਤੇ ਨਾਲ ਦੇ ਨਾਲ ਭਾਵੇਂ ਪੰਜਾਬ ਰਹਿੰਦੇ ਹੋ ਜਾਂ ਵਿਦੇਸ਼ 'ਚ ਰਹਿੰਦੇ ਹੋ, ਇੰਡੀਆ 'ਚ ਕਿਤੇ ਵੀ ਰਹਿੰਦੇ ਹੋ, ਪੰਜਾਬੀ ਜੇ ਸਮਝਦੇ ਹੋ ਤਾਂ ਇੰਨੀ ਗੱਲ ਜ਼ਰੂਰ ਆ ਕਿ ਜਦੋਂ ਗੱਡੀਆਂ ਬਾਹਰ ਲੈ ਕੇ ਨਿਕਲਦੇ ਹੋ ਤੇ ਪਲੀਜ਼ 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 ਇਹ ਜਦੋਂ ਬਹੁਤ ਵੈਦਰ ਖਰਾਬ ਹੁੰਦਾ, ਜ਼ਰੂਰੀ ਨਾ ਹੋਵੇ ਤਾਂ ਨਾ ਨਿਕਲਿਆ ਕਰੋ। ਜੇ ਇੱਕ ਦਿਨ ਦੀ ਸੈਲਰੀ ਕੱਟੀ ਜਾਂਦੀ ਹੈ ਤਾਂ ਮੈਂ ਇਹ ਨਹੀਂ ਕਹੂੰਗੀ ਕੋਈ ਨਹੀਂ, ਕਿਉਂਕਿ ਮੈਂ ਆਪ ਸੈਲਰੀ ਬੇਸਡ ਹੈਗੀ ਆ ਅਤੇ ਮੈਨੂੰ ਪਤਾ ਜਦੋਂ ਇੱਕ ਦਿਨ ਦੀ ਸੈਲਰੀ ਕੱਟੀ ਜਾਂਦੀ ਹੈ ਤਾਂ ਫਿਰ ਕਿੰਨਾ ਔਖਾ ਹੁੰਦਾ ਹੈਗਾ। ਪਰ ਫਿਰ ਵੀ ਇਹੀ ਕਹੂੰਗੀ ਕਿ ਜਾਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਡੀ ਹੁੰਦੀ ਹੈ। ਤੁਸੀਂ ਆਪਣਾ ਬਹੁਤ ਜ਼ਿਆਦਾ ਧਿਆਨ ਰੱਖਣਾ, ਤੇ ਕਿਉਂਕਿ ਫਿਕਰਾਂ ਨੇ ਆਪਸ ਇੱਕ ਦੂਸਰੇ ਦੀਆਂ ਫਿਕਰਾਂ ਹੀ ਨੇ। ਇਹੀ ਕੁਛ ਜਿਹੜਾ ਹੈ ਇਹੀ ਨਾਲ ਜਾਂਦਾ, ਜਦੋਂ ਅਸੀਂ ਫਿਕਰ ਕਰਦੇ ਹਾਂ, ਜਦੋਂ ਅਸੀਂ ਨਿੱਘ ਜਿਹੜੀ ਹੈ ਇੱਕ ਦੂਜੇ ਨੂੰ ਦਿੰਦੇ ਹਾਂ। ਇਹ ਇੱਥੇ ਬੈਠਿਆਂ ਗੱਲਾਂ ਜਦੋਂ ਮੈਂ ਸ਼ੂਟ ਕਰ ਰਹੀ ਹੈਗੀ ਹਾਂ, ਜਦੋਂ ਤੁਹਾਨੂੰ ਮੈਂ ਦੱਸ ਰਹੀ ਹੈਗੀ ਹਾਂ, ਇਹ ਸ਼ਾਇਦ ਉਨੀਆਂ ਸਮਝ ਨਾ ਆਉਣ। ਪਰ ਜਦੋਂ ਆਪਾਂ ਕਹਿੰਦੇ ਹਾਂ ਕਿ ਸਾਨੂੰ ਫਿਕਰਾਂ ਹੈਗੀਆਂ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਵਰਡ ਹੁੰਦੇ ਹਾਂ ਤੇ ਅਸੀਂ ਹੁੰਦੇ ਹਾਂ। ਹੁਣ ਜਦੋਂ ਮੈਂ 15 ਤਰੀਕ ਤੋਂ ਬਾਅਦ ਜਦੋਂ ਮੈਂ ਸ਼ੋਅ ਨਹੀਂ ਕਰਨਾ ਹੈਗਾ, ਕੁਝ ਕੁਝ ਤਾਂ ਰਿਸ਼ਤਾ ਮੈਂ ਬਣਾ ਲਿਆ, ਕੁਝ ਤਾਂ ਮੈਨੂੰ ਵੀ ਮਿਸ ਕੀਤਾ ਜਾਏਗਾ। ਹਾਲਾਂਕਿ ਵੈਰੀਬਲ ਸਾਹਿਬ ਨੇ ਜਦੋਂ ਆਉਣਾ ਹੈਗਾ ਤੇ ਸ਼ੋਅ ਦੀ ਰਫਤਾਰ ਜਿਹੜੀ ਹੈ ਬਹੁਤ ਜ਼ਿਆਦਾ ਵਧੀਆ ਹੋ ਜਾਣੀ ਆ। ਪਰ ਇੱਥੇ ਜ਼ਰੂਰੀ ਆ, ਇੱਥੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਇਸ ਚੀਜ਼ ਨੂੰ ਮੇਨਟੇਨ ਰੱਖੀਏ, ਖਬਰਾਂ ਹਰ ਲਿਹਾਜ਼ ਨਾਲ ਤੁਹਾਡੇ ਤੱਕ ਪਹੁੰਚਾਈਏ, ਮੈਂ ਹੋਵਾਂ ਜਾਂ ਕੋਈ ਹੋਰ ਹੋਵੇ। ਸੋ ਆਪਣਾ ਬਹੁਤ 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 ਧਿਆਨ ਰੱਖੋ, ਤੇ ਨਾਲ ਦੇ ਨਾਲ ਇੰਨੀ ਗੱਲ ਜ਼ਰੂਰ ਹੈ ਕਿ ਘਰਦਿਆਂ ਨੂੰ ਬਹੁਤ ਖੁਸ਼ ਰੱਖਿਆ ਕਰੋ। ਧੰਨਵਾਦ।